हाँ जी, गुड मॉर्निंग जी सारिਆਂ ਨੂੰ। सॉरी फॉर लेट। ਅੱਜ ਅਸੀਂ ਡਿਸਕਸ ਕਰਾਂਗੇ ਪੇਪਰ ਨੰਬਰ 4 ਦਾ ਰਜਿਸਟ੍ਰੇਸ਼ਨ ਐਕਟ 1908। ਪੇਪਰ ਨੰਬਰ 4। ਸਤਿ ਸ਼੍ਰੀ ਅਕਾਲ ਜੀ ਸਰ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ। दिस इज द बुक रजिस्ट्रेशन एक्ट 1908। रजिस्ट्रेशन एक्ट 1908 we will study from the first chapter today। रजिस्ट्रेशन एक्ट 1908 ਜਿਹੜਾ ਕਿ ਤੁਹਾਨੂੰ ਬਹੁਤ ਜ਼ਿਆਦਾ ਕੰਮ ਆਉਣਾ ਹੈਗਾ ਜਦੋਂ ਤੁਸੀਂ ਆਫੀਸਰ ਬਣਨਾ ਹੈ। ਤੁਸੀਂ ਇਸ ਐਕਟ ਦੇ ਤਹਿਤ ਜਿੰਨੀਆਂ ਰਜਿਸਟਰੀਆਂ ਹੈਗੀਆਂ ਨੇ, ਬੀਇੰਗ ਅ ਜੁਆਇੰਟ ਸਬ ਰਜਿਸਟਰਾਰ, ਤੁਸੀਂ ਸਾਰਾ ਕੰਮ ਕਰਨਾ ਹੈਗਾ ਇਸ ਐਕਟ ਦੇ ਤਹਿਤ। ਇਸ ਕਰਕੇ ਇਸ ਦੀ ਜਿਹੜੀ ਜਾਣਕਾਰੀ ਹੈ, ਵੈਸੇ ਤੁਹਾਡੇ ਸਿਲੇਬਸ ਦੇ ਵਿੱਚ ਲਿਖਿਆ ਹੋਇਆ ਰਜਿਸਟ੍ਰੇਸ਼ਨ ਮੈਨੂਅਲ, ਪਰ ਜਿੱਦ ਤੱਕ ਮੈਂ ਦੇਖਿਆ ਹੈਗਾ ਜਿਹੜੇ ਕੁਐਸਚਨਸ ਹੈਗੇ ਨੇ, ਜਿੱਦ ਤੱਕ ਮੈਂ ਦੇਖਿਆ ਜਿਹੜੇ ਕੁਐਸਚਨਸ ਆਉਂਦੇ ਨੇ ਉਹ ਰਜਿਸਟ੍ਰੇਸ਼ਨ ਐਕਟ ਦੇ ਵਿੱਚੋਂ ਵੀ ਆਉਂਦੇ ਨੇ। ਜੇਕਰ ਸਾਨੂੰ ਰਜਿਸਟ੍ਰੇਸ਼ਨ ਐਕਟ ਦੀ ਜਾਣਕਾਰੀ ਹੈ ਤਦ ਹੀ ਅਸੀਂ ਮੈਨੂਅਲ ਦੀ ਜਾਣਕਾਰੀ ਸਾਨੂੰ ਹੋ ਸਕਦੀ ਹੈ। ਅਦਰਵਾਈਜ਼ ਅਸੀਂ ਇਕੱਲੇ ਰਜਿਸਟ੍ਰੇਸ਼ਨ ਮੈਨੂਅਲ ਜੇ ਪੜਾਂਗੇ ਤਾਂ ਸਾਨੂੰ ਪ੍ਰੋਬਲਮ ਕ੍ਰੀਏਟ ਹੋਏਗੀ। ਤੇ ਰਜਿਸਟ੍ਰੇਸ਼ਨ ਮੈਨੂਅਲ ਹੈਗਾ, ਰੂਲਸ ਹੈਗੇ ਆ, ਰੂਲ ਦੀ ਜਾਣਕਾਰੀ ਲੈਣ ਦੇ ਲਈ ਸਾਨੂੰ ਐਕਟ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਇਸ ਕਰਕੇ ਅਸੀਂ ਅੱਜ ਸਟਾਰਟ ਕਰਾਂਗੇ ਰਜਿਸਟ੍ਰੇਸ਼ਨ ਐਕਟ ਦੇ ਚੈਪਟਰ ਨੰਬਰ 1 ਤੋਂ, ਭਾਗ ਨੰਬਰ 1 ਤੋਂ, ਪ੍ਰੀਲਿਮਿਨਰੀ। ਹਾਂਜੀ ਜੀ ਸਰ ਸਾਡੇ ਕੋਲ ਮੈਨੂਅਲ ਹੈ ਜੀ, ਇਹ ਐਕਟ ਨਹੀਂ ਹੈਗਾ। ਚਲੋ ਕੋਈ ਗੱਲ ਨਹੀਂ, ਫਿਰ ਲੈ ਲੈਣਾ ਤੁਸੀਂ ਐਕਟ। ਇਹ ਐਕਟ ਨਾਲ ਲੈ ਕੇ ਜਾਓ ਪੇਪਰ ਦੇ ਵਿੱਚ, ਕਿਉਂਕਿ ਪੇਪਰ ਦੇ ਵਿੱਚ ਜਿਹੜੇ ਕੁਐਸਚਨਸ ਆਉਂਦੇ ਨੇ ਐਕਟ ਦੇ ਵਿੱਚੋਂ ਕਾਫੀ ਆਉਂਦੇ ਆ। ਇਕੱਲੇ ਮੈਨੂਅਲ ਚੋਂ ਕੁਐਸਚਨ ਨਹੀਂ ਆਉਂਦੇ, ਐਕਟ ਦੇ ਵਿੱਚੋਂ ਵੀ ਕੁਐਸਚਨ ਆਉਂਦੇ ਆ। ਤੁਹਾਡੇ ਸਿਲੇਬਸ ਦੇ ਵਿੱਚ ਐਕਟ ਵੀ ਇਨਕਲੂਡਡ ਹੋਣਾ ਚਾਹੀਦਾ ਹੈਗਾ, ਕਿਉਂਕਿ ਜਦੋਂ ਐਗਜ਼ਾਮ ਦੇ ਵਿੱਚ ਪੇਪਰ ਜਿਹੜਾ ਹੈਗਾ ਕੁਐਸਚਨਸ ਐਕਟ ਦੇ ਵਿੱਚੋਂ ਆਉਂਦੇ ਆ ਤਾਂ ਐਕਟ ਦੇ ਵੀ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਹੋਣਾ ਚਾਹੀਦਾ ਹੈ। ਅੱਜ ਅਸੀਂ ਡਿਸਕਸ ਕਰਾਂਗੇ ਐਕਟ ਦੇ ਸੰਬੰਧ ਵਿੱਚ। 1908 ਦਾ ਇਹ ਐਕਟ ਬਣਿਆ ਹੋਇਆ ਹੈਗਾ। ਸ਼ਾਰਟ ਟਾਈਟਲ ਤੇ ਐਕਸਟੈਂਡ ਕੀ ਹੈ ਇਹਦਾ? ਪਾਰਟ ਨੰਬਰ 1 ਪ੍ਰੀਲਿਮਿਨਰੀ। ਸ਼ਾਰਟ ਟਾਈਟਲ ਸੈਕਸ਼ਨ ਨੰਬਰ 1, ਇਹਦੇ ਸੈਕਸ਼ਨਸ ਹੁੰਦੇ ਨੇ। ਸੈਕਸ਼ਨ ਨੰਬਰ 1 ਚ ਕੀ ਹੈਗਾ? ਸ਼ਾਰਟ ਟਾਈਟਲ, ਐਕਸਟੈਂਡ ਐਂਡ ਕਮੈਂਸਮੈਂਟ। ਇਹ ਸ਼ਾਰਟ ਟਾਈਟਲ ਚ ਇਹਨੂੰ ਕਹਿੰਦੇ ਕੀ ਆ? ਅਸੀਂ ਇਹਨੂੰ ਕਹਿੰਦੇ ਆ ਦੀ ਰਜਿਸਟ੍ਰੇਸ਼ਨ ਐਕਟ 1908। ਠੀਕ ਹੈ ਜੀ। ਤੇ ਇਹਦਾ ਟਾਈਟਲ, ਇਹਦਾ ਐਕਸਟੈਂਡ ਕੀ ਹੈ? ਇਹ ਪੂਰੇ ਹੋਲ ਆਲ ਆਫ ਇੰਡੀਆ ਦੇ ਵਿੱਚ ਜਿਹੜਾ ਹੈਗਾ ਇਹ ਇਨਫੋਰਸ ਹੋਇਆ ਹੋਇਆ ਹੈ। ਯਾਨੀ ਕਿ ਇਹ ਸਟੇਟ ਐਕਟ ਨਹੀਂ ਹੈਗਾ, ਇਟ ਇਜ਼ ਏ ਐਕਟ ਆਫ ਇੰਡੀਆ ਲੈਵਲ ਦਾ ਐਕਟ ਹੈਗਾ। ਤੇ ਜਿਹੜੀ ਇਹਦੀ ਇਨਫੋਰਸਮੈਂਟ ਹੋਈ ਸੀ ਉਹ 1/1/1909 ਨੂੰ ਹੋਈ ਸੀਗੀ, ਲਾਗੂ ਹੋਇਆ ਸੀ 1/1/1909 ਤੋਂ ਲਾਗੂ ਹੋਇਆ ਸੀਗਾ। ਦੈਨ ਹੈਗਾ ਸੈਕਸ਼ਨ 2 ਡੈਫੀਨੇਸ਼ਨ ਕਲਾਸ ਹੈਗੀਆਂ ਇਹਦੀਆਂ। ਡੈਫੀਨੇਸ਼ਨ ਕਲਾਸ ਦੇ ਵਿੱਚ ਕੁਝ ਵਰਡਸ ਹੈਗੇ ਨੇ ਜਿਹੜੇ ਕਿ ਇਹਦੇ ਵਿੱਚ ਵਾਰ-ਵਾਰ ਯੂਜ਼ ਹੁੰਦੇ ਨੇ, ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਕੀ ਹੈਗਾ? ਪਹਿਲਾ ਹੈਗਾ ਐਡੀਸ਼ਨਸ। ਐਡੀਸ਼ਨ ਦੇਖੋ, ਕਨਫਿਊਜ਼ ਨਾ ਹੋਣਾ, ਐਡੀਸ਼ਨ ਕੀ ਹੁੰਦੀ ਹੈ? ਐਡੀਸ਼ਨ ਜਦੋਂ ਕੋਈ ਵਿਅਕਤੀ ਦੇ ਨਾਮ ਤੇ ਕੋਈ ਰਜਿਸਟਰੀ ਹੁੰਦੀ ਹੈ ਤਾਂ ਜਿਹੜਾ ਉਹਦਾ ਨਾਮ ਹੈਗਾ ਉਸ ਨਾਮ ਦੇ ਨਾਲ ਕੁਝ ਐਡੀਸ਼ਨਸ ਨਾਮ ਜਿਹੜਾ ਐਡ ਹੈ, ਉਹਦਾ ਰੈਜ਼ੀਡੈਂਸ ਐਡਰੈਸ ਹੈ, ਉਹਦਾ ਕੋਈ ਸਰਨੇਮ ਹੈ ਜੀ, ਉਹਦਾ ਕੋਈ ਰੈਂਕ ਹੈ ਤੇ ਉਹਦਾ ਕੋਈ ਟ੍ਰੇਡ ਹੈ, ਬਿਜ਼ਨਸ, ਇਦਾਂ ਦੇ ਕੁਝ ਜਿਹੜੇ ਨਾਮ ਨੇ ਐਡੀਸ਼ਨਸ ਕੀਤੇ ਜਾਂਦੇ ਨੇ ਤਾਂ ਕਿ ਜਿਹੜਾ ਹੈਗਾ ਵਿਅਕਤੀ ਨੂੰ ਅਸੀਂ ਆਇਡੈਂਟੀਫਾਈ ਕਰ ਸਕੀਏ ਵੀ ਇਹ ਰਜਿਸਟਰੀ ਕਿਸ ਪਰਸਨ ਦੇ ਨਾਂ ਤੇ। ਕਈ ਵਾਰੀ ਦੋ ਨਾਮ ਇਕੱਠੇ ਆ ਜਾਂਦੇ ਨੇ ਤਾਂ ਜਿਹੜਾ ਹੈਗਾ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ। ਤੁਹਾਡੇ ਵੀਡੀਓ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਹੈ ਜੀ। ਤੁਹਾਡੀ ਵੀਡੀਓ ਜਿਹੜੀ ਆ ਸੁਣ ਨਹੀਂ ਰਹੀ, ਤੁਹਾਡੀ ਵੀਡੀਓ ਜਿਹੜੀ ਉਹਨੂੰ ਡਿਸਟਰਬੈਂਸ ਆ ਰਹੀ ਸ਼ੁਰੂ ਤੋਂ ਹੀ। ਬੜੇ ਕਿਰਾਏ। ਅੱਛਾ ਦੇਖਿਓ ਬੇਟੇ, ਠੀਕ ਹੋ ਜਾਏਗਾ। ਦੇਖੋ ਜੀ, ਚੈੱਕ ਕਰੋ, ਬਾਕੀ ਬੰਦੇ ਚੈੱਕ ਕਰੋ ਜੀ, ਬਾਕੀਆਂ ਦੀ ਵੀਡੀਓਜ਼ ਕੀ ਦਿੱਕਤਾਂ ਨਹੀਂ ਕੋਈ ਹੈਗੀ? ਹਾਂਜੀ ਹੈ ਜੀ। ਆਵਾਜ਼ ਕੱਟ ਕੇ ਆਉਂਦੀ ਹੈ। ਹਾਂਜੀ 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 ਸਰ, ਆਵਾਜ਼ ਕੱਟ ਕੇ ਆਉਂਦੀ ਹੈ। ਸ਼ੁਭ ਨੂੰ ਬੁਲਾਓ, ਸ਼ੁਭ ਨੂੰ ਬੁਲਾਓ ਜਰਾ। दो मिनट वेट करो जी, फिर देखते हैं की प्रॉब्लम है। और कट के दोबारा लगा लो। हाँ कोई गल नहीं, देखते हैं।
चेक बना लें। इधरों से नहीं जो मैंने नेटवर्क की हो सकती नहीं कंप्लेंट एक बंदे दी है ही नहीं, ज़्यादा बंदे दी कंप्लेंट है। नीचे क्यों ला के लाओ ना। नेट चेक कर लो, नेट की नेटवर्क की भी बात है, मतलब को आगे कोई साउंड ਦੀ प्रॉब्लम आ रही है, फिर चेक करो क्यों सर। उनको दिक्कत आ रही है, आवाज नहीं आ रही, आवाज कट गया। साइलेंट करिए। बोलो ये कुछ। हाँ जी जरा चेक करो प्लीज, देखो साउंड किमें है जी। ठीक है जी। ठीक है जी, ठीक है ओके। दोबारा एक मिनट। दोबारा चेक करो जी प्लीज, ठीक है, देखो आवाज ठीक है जी। ठीक है सर। ठीक ओके। हाँ जी, ਅਸੀਂ ਡਿਸਕਸ ਕਰਨ ਲੱਗੇ ਸੀ ਪੇਪਰ ਨੰਬਰ 4। ਪੇਪਰ ਨੰਬਰ 4 ਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਰਜਿਸਟ੍ਰੇਸ਼ਨ ਐਕਟ 1908 ਰਜਿਸਟ੍ਰੇਸ਼ਨ ਐਕਟ। ਇਹ ਬੁੱਕ ਹੈਗੀ ਹੈ ਜੀ ਰਜਿਸਟ੍ਰੇਸ਼ਨ ਐਕਟ ਦੀ 1908। ਇਹਦਾ ਅਸੀਂ ਪੜ੍ਹਾਂਗੇ ਫਸਟ ਸਾਡਾ ਲੈਕਚਰ ਹੈਗਾ ਇਸ ਐਕਟ ਦੇ ਸੰਬੰਧ ਵਿੱਚ। ਪਹਿਲਾ ਸਾਡਾ ਲੈਕਚਰ ਹੈਗਾ ਪ੍ਰੀਲਿਮਿਨਰੀ ਪਾਰਟ 1। ਪਾਰਟ 1 ਦੇ ਵਿੱਚ ਕੀ ਹੈਗਾ ਵੀ ਇਹ ਜਿਹੜਾ ਐਕਟ ਹੈ ਕਦੋਂ ਲਾਗੂ ਹੋਇਆ, ਕਿੱਥੇ ਲਾਗੂ ਹੋਇਆ ਤੇ ਇਹਦੀ ਇਨਫੋਰਸਮੈਂਟ ਕਦੋਂ ਹੋਈ। ਠੀਕ ਹੈ ਜੀ, ਇਹਦਾ ਟਾਈਟਲ ਕੀ ਹੈਗਾ, ਟਾਈਟਲ ਤਾਂ ਇਹਦਾ ਰਜਿਸਟ੍ਰੇਸ਼ਨ ਐਕਟ 1908 ਹੈਗਾ। ਲਾਗੂ ਹੋਇਆ ਹੈ 1/1/1909 ਨੂੰ ਤੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹ ਲਾਗੂ ਹੋਇਆ ਐਕਟ। ਦੈਨ ਨੈਕਸਟ ਆ ਜਾਂਦੀ ਹੈ ਜਿਹੜੀ ਕਲੌਜ਼ ਹੈ ਸੈਕਸ਼ਨ ਨੰਬਰ 2 ਡੈਫੀਨੇਸ਼ਨ ਕਲੌਜ਼। ਡੈਫੀਨੇਸ਼ਨ ਕਲੌਜ਼ ਦੇ 7-8 ਡੈਫੀਨੇਸ਼ਨਸ ਇਸ ਐਕਟ ਵਿੱਚ ਦਿੱਤੀਆਂ ਗਈਆਂ ਨੇ। ਪਹਿਲੀ ਜਿਹੜੀ ਡੈਫੀਨੇਸ਼ਨ ਹੈਗੀ ਆ ਉਹ ਹੈਗੀ ਹੈ ਐਡੀਸ਼ਨਸ। ਐਡੀਸ਼ਨ ਤੋਂ ਕੀ ਮਤਲਬ ਹੈਗਾ, ਐਡੀਸ਼ਨ ਦਾ ਮੀਨਿੰਗ ਇਹ ਹੈ ਵੀ ਜਦੋਂ ਵੀ ਕੋਈ ਰਜਿਸਟਰੀ ਕਿਸੇ ਵਿਅਕਤੀ ਦੇ ਨਾਮ ਤੇ ਹੁੰਦੀ ਹੈ ਤਾਂ ਕਿ ਜਦੋਂ ਰਿਕਾਰਡ ਮੇਨਟੇਨ ਹੁੰਦਾ ਹੈ ਉਸ ਦੇ ਵਿੱਚ ਕਿਸੇ ਵਿਅਕਤੀ ਦੀ ਜਿਹੜੀ ਹੈਗੀ ਆਪਸੀ ਜਿਹੜਾ ਨਾਮਾਂ ਦਾ ਫਰਕ ਹੈਗਾ ਉਹ ਆਪਸ ਮਿਲ ਜੁਲ ਨਾ ਜਾਵੇ ਤੇ ਕਿਸੇ ਵਿਅਕਤੀ ਦੇ ਨਾਮ ਨੂੰ ਵੱਖਰੇ ਤੌਰ ਤੇ ਆਇਡੈਂਟੀਫਾਈ ਕਰਨ ਦੀ ਖਾਤਰ ਜਿਹੜਾ ਕੁਝ ਐਡੀਸ਼ਨਸ ਉਹਦੇ ਨਾਮ ਦੇ ਨਾਲ ਲਗਾਈਆਂ ਜਾਂਦੀਆਂ ਨੇ। ਜਿਵੇਂ ਕਿ ਜਿਸ ਨਾਮ ਤੋਂ ਕਿਸੇ ਵਿਅਕਤੀ ਨੂੰ ਜਾਣਿਆ ਜਾਂਦਾ ਹੈ ਉਹਦੇ ਵਿੱਚ ਕੀ ਹੋ ਸਕਦਾ ਹੈ, ਉਹਦੇ ਹੈਗਾ ਉਹਦਾ ਆਪਦਾ ਰੈਜ਼ੀਡੈਂਸ, ਪਲੇਸ ਆਫ ਰੈਜ਼ੀਡੈਂਸ ਦਾ ਰੈਜ਼ੀਡੈਂਸ ਵੀ ਹੋ ਸਕਦਾ ਹੈ ਐਡੀਸ਼ਨ ਦੇ ਵਿੱਚ ਉਹਦੇ ਨਾਮ ਦੇ ਨਾਲ ਤੇ ਉਹਦਾ ਰੈਂਕ ਵੀ ਹੋ ਸਕਦਾ ਹੈ ਤੇ ਉਹਦਾ ਕੋਈ ਟ੍ਰੇਡ ਵਗੈਰਾ ਵੀ ਉਹਦੇ ਨਾਲ ਲਗਾਇਆ ਜਾ ਸਕਦਾ ਹੈ। ਪਰ ਜਿਵੇਂ ਕਿ ਅਸੀਂ ਦੇਖਦੇ ਹਾਂ ਸਾਡੇ ਲੈਂਡ ਰਿਕਾਰਡ ਮੈਨੂਅਲ ਦੇ ਵਿੱਚ ਕਈ ਥਾਂ ਤੇ ਲਿਖਿਆ ਹੋਇਆ ਹੈਗਾ ਵੀ ਜਿਹੜੇ ਨਾਮਾਂ ਦੇ ਨਾਲ ਐਕਸਟਰਾ ਰੈਂਕ ਵਗੈਰਾ ਜਿਹੜੇ ਹੈਗੇ ਨੇ ਉਹ ਵਗੈਰਾ ਨਹੀਂ ਜੋੜਨੇ ਹੁੰਦੇ। ਠੀਕ ਹੈ, ਜਿਵੇਂ ਕਰਨਲ, ਬ੍ਰਿਗੇਡੀਅਰ, ਠੀਕ ਹੈ, ਇੱਦਾਂ ਦੇ ਨਾਮ ਸਾਡੇ ਲੈਂਡ ਰਿਕਾਰਡ ਮੈਨੂਅਲ ਦੇ ਵਿੱਚ ਕਿਹਾ ਗਿਆ ਵੀ ਇਹ ਤੁਸੀਂ ਆਪਦੇ ਰਿਕਾਰਡ ਦੇ ਵਿੱਚ ਨਹੀਂ ਜੋੜਨੇ ਹੁੰਦੇ। ਇੱਥੇ ਦੇਖੋ ਦੋ ਫਰਕ ਹੈਗੇ ਆ। ਇਹ ਹੈਗਾ ਰਜਿਸਟ੍ਰੇਸ਼ਨ ਐਕਟ, ਉਹ ਸਾਡਾ ਹੁੰਦਾ ਲੈਂਡ ਰੈਵਨਿਊ ਐਕਟ ਜਿਹਦੇ ਤਹਿਤ ਲੈਂਡ ਰਿਕਾਰਡ ਮੈਨੂਅਲ ਦੇ ਜਿਹੜੇ ਰੂਲ ਬਣੇ ਹੋਏ ਨੇ। ਤੇ ਇਹਦੇ ਵਿੱਚ ਕੀ ਹੈ, ਜੇਕਰ ਇੰਡੀਅਨ ਲਾਅ ਹੈਗਾ, ਇੰਡੀਅਨ ਦੀ ਗੱਲ ਕਰਦੀ ਆ, ਜਿੱਥੇ ਤੱਕ ਗੱਲ ਕਿਸੇ ਫੋਰਨਰ ਦੀ ਗੱਲ ਕਰਦੇ ਹਾਂ ਅਸੀਂ, ਉੱਥੇ ਤਾਂ ਜਿਹੜਾ ਨਾਮ ਹੈ ਉਹਦੇ ਨਾਲ ਐਡੀਸ਼ਨਸ, ਉਹਦਾ ਰੈਂਕ, ਉਹਦਾ ਟ੍ਰੇਡ, ਉਹਦਾ ਰੈਜ਼ੀਡੈਂਸ, ਪਲੇਸ ਆਫ ਰੈਜ਼ੀਡੈਂਸ ਅਸੀਂ ਜੋੜਦੇ ਹਾਂ। ਪਰ ਜਿੱਥੇ ਕਿਤੇ ਇੰਡੀਅਨ ਦੀ ਗੱਲ ਆ ਜਾਂਦੀ ਹੈ, ਇੰਡੀਆ ਦੇ ਵਿੱਚ ਜਿਹੜਾ ਰਿਵਾਜ ਹੈਗਾ ਜੋ ਚੱਲ ਰਿਹਾ ਪ੍ਰੈਸੀਡੈਂਟ ਹੈ ਉੱਥੇ ਹੈਗਾ ਸਨ ਨੇਮ, ਫਾਦਰ ਨੇਮ, ਯਾਨੀ ਕਿ ਫਾਦਰ ਨੇਮ ਜਿਹੜਾ ਨਾਮ ਲਿਖਦਾ ਹੈਗਾ ਉਹ ਐਡੀਸ਼ਨ 'ਚ ਆ ਜਾਂਦਾ ਹੈ। ਐਡੀਸ਼ਨ ਦੀ ਪਰਿਭਾਸ਼ਾ 'ਚ ਆ ਜਾਂਦਾ ਫਾਦਰ ਨੇਮ, ਦੈਨ ਨਾਲ ਆ ਜਾਂਦਾ ਉਹਦਾ ਪਲੇਸ ਆਫ ਰੈਜ਼ੀਡੈਂਸ। ਜੇ ਕਿਤੇ ਮਦਰ ਦਾ ਨਾਮ ਕਿਤੇ ਲਿਖਿਆ ਜਾਂਦਾ ਹੋਵੇ ਤਾਂ ਮਦਰ ਦਾ ਨਾਮ ਵੀ ਲਿਖਿਆ ਜਾ ਸਕਦਾ ਹੈ। ਠੀਕ ਹੈ ਜੀ, ਅੱਗੇ ਕਲੌਜ਼ 2 ਆ ਜਾਂਦੀ ਹੈ, ਸੈਕਸ਼ਨ 2 ਦੀ ਸਬ ਸੈਕਸ਼ਨ 2 ਆ ਜਾਂਦਾ ਬੁੱਕ
ਬੁੱਕ ਜਿਹੜੀਆਂ ਆਪਾਂ ਬੁੱਕਸ ਯੂਜ਼ ਕਰਦੇ ਹਾਂ, ਬੁੱਕ ਦੇ ਵਿੱਚ ਜੇ ਕੋਈ ਪਾਰਟ ਹੈ, ਪਾਰਟੀਕੂਲਰ ਪਾਰਟ ਹੈ, ਉਹਨੂੰ ਵੀ ਅਸੀਂ ਬੁੱਕ ਕਹਿ ਸਕਦੇ ਹਾਂ। ਜੇ ਕੁਝ ਸ਼ੀਟਾਂ ਨੂੰ ਜੋੜ ਕੇ ਕੋਈ ਬੁੱਕ ਬਣਾਈ ਗਈ ਤਾਂ ਉਹਨੂੰ ਵੀ ਬੁੱਕ ਕਿਹਾ ਜਾ ਸਕਦਾ ਹੈਗਾ। ਮਤਲਬ ਇਹ ਨਹੀਂ ਹੈਗਾ ਵੀ ਜੇ ਬੁੱਕ ਹੈ, ਬਾਈਂਡਿੰਗ ਬੁੱਕ ਹੈ, ਉਹੀ ਬੁੱਕ ਨੂੰ ਅਸੀਂ ਪ੍ਰਜ਼ੂਮ ਕਰੀਏ ਤੇ ਕਿਸੇ ਵੇਲੇ ਕਿਤੇ ਐਵੀਡੈਂਸ ਦੀ ਜ਼ਰੂਰਤ ਪੈ ਜਾਂਦੀ ਹੈ ਤੇ ਕੁਝ ਪਾਰਟ ਕੁਝ ਸ਼ੀਟਾਂ ਨੂੰ ਜੋੜ ਕੇ 20-50 ਸ਼ੀਟਾਂ ਨੂੰ ਜੋੜ ਕੇ ਕੋਈ ਬਾਈਂਡਿੰਗ ਕੀਤੀ ਗਈ ਤੇ ਉਹਨੂੰ ਅਸੀਂ ਕਹਾਂਗੇ ਵੀ ਇਹ ਬੁੱਕ ਨਹੀਂ ਹੈਗੀ। ਨਹੀਂ, ਦੈਟ ਇਜ਼ ਆਲਸੋ ਏ ਬੁੱਕ। ਨੈਕਸਟ ਹੈਗਾ ਜੀ, ਇਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਹੈਗਾ ਪੂਰੀ ਸਟੇਟ ਹੁੰਦੀ ਹੈ, ਉਹ ਸਟੇਟ ਨੂੰ ਡਿਸਟ੍ਰਿਕਾਂ ਦੇ ਵਿੱਚ ਤੇ ਫਿਰ ਸਬ ਡਿਸਟ੍ਰਿਕਾਂ 'ਚ ਵੰਡਿਆ ਜਾਂਦਾ ਹੈ। ਡਿਸਟ੍ਰਿਕਟ ਜਿਵੇਂ ਕਿ ਆਪਣੇ ਜ਼ਿਲ੍ਹੇ ਹੁੰਦੇ ਨੇ, ਡਿਸਟ੍ਰਿਕਟ ਹੈੱਡਕੁਆਟਰ ਹੁੰਦੇ ਨੇ, ਤੇ ਸਬ ਡਿਸਟ੍ਰਿਕਟ ਕਿਹਨੂੰ ਕਿਹਾ ਜਾਂਦਾ ਹੈ? ਜਿਵੇਂ ਕਿ ਆਪਣੀਆਂ ਤਹਿਸੀਲਾਂ ਹੁੰਦੀਆਂ, ਜਿਹਨੂੰ ਆਪਾਂ ਸਬ ਡਿਵੀਜ਼ਨ ਕਹਿ ਦਿੰਦੇ ਹਾਂ, ਜਿੱਥੇ ਇੱਕ ਐਸਡੀਓ ਦੀ ਪੋਸਟ ਹੁੰਦੀ ਹੈ ਤੇ ਸਬ ਰਜਿਸਟਰਾਰ ਦੀ ਪੋਸਟ ਹੁੰਦੀ ਹੈ, ਨਾਲ ਹੀ ਉਹਦੇ ਜੁਆਇੰਟ ਸਬ ਰਜਿਸਟਰਾਰ ਹੁੰਦੇ ਆ। ਮਤਲਬ ਕਿ ਇਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਪੂਰੀ ਜਿਹੜੀ ਸਟੇਟ ਹੈਗੀ ਹੈ, ਕੋਈ ਵੀ ਸਟੇਟ ਹੈ ਜਿਹੜੀ ਸਟੇਟ ਦੇ ਵਿੱਚ ਇਹ ਐਕਟ ਜਿਹੜੀ ਸਟੇਟ ਨੇ ਲਾਗੂ ਕਰਨਾ ਆਪਣੀਆਂ ਸਟੇਟ ਦੇ, ਕਿਉਂਕਿ ਜਿਹੜੇ ਇਹ ਐਕਟ ਹੈ ਇੰਡੀਆ ਲੈਵਲ ਦਾ ਐਕਟ ਹੈ, ਹਰ ਸਟੇਟ ਜਿਹੜੀ ਹੈਗੀ ਹੈ ਆਪਣੀ ਸਟੇਟ ਦੇ ਵਿੱਚ ਇਹਨੂੰ ਲਾਗੂ ਕਰਦੀ ਹੈ ਤੇ ਲੋੜ ਦੇ ਮੁਤਾਬਕ ਕੁਝ ਅਮੈਂਡਮੈਂਟਸ ਵੀ ਸਟੇਟ ਪੱਧਰ ਤੇ ਕੀਤੀਆਂ ਜਾਂਦੀਆਂ ਨੇ। ਤੇ ਇਸ ਕਰਕੇ ਇਹਦੀਆਂ ਜਿਹੜੀਆਂ ਅੱਗੇ ਆਫਿਸਰਸ ਹੁੰਦੇ ਆ, ਉਹਨਾਂ ਨੂੰ ਜਿਹੜੀ ਐਸਟੈਬਲਿਸ਼ਮੈਂਟ ਹੁੰਦੀ ਹੈ ਇਹਦੀ, ਰਜਿਸਟਰਾਰਸ ਹੁੰਦੇ ਆ, ਸਬ ਰਜਿਸਟਰਾਰਸ ਹੁੰਦੇ ਆ, ਜੁਆਇੰਟ ਸਬ ਰਜਿਸਟਰਾਰਸ ਹੁੰਦੇ ਆ। ਇਸ ਕਰਕੇ ਇਹ ਐਕਟ ਨੂੰ ਲਾਗੂ ਕਰਨ ਦੀ ਖਾਤਰ ਪੂਰੇ ਜਿਹੜੀ ਸਟੇਟ ਹੁੰਦੀ ਆ ਉਹਨੂੰ ਡਿਸਟ੍ਰਿਕਾਂ ਦੇ ਵਿੱਚ ਤੇ ਸਬ ਡਿਸਟ੍ਰਿਕਾਂ 'ਚ ਵੰਡਿਆ ਜਾਂਦਾ ਹੈਗਾ। ਨੈਕਸਟ ਆ ਜਾਂਦਾ ਹੈ ਡਿਸਟ੍ਰਿਕਟ ਕੋਰਟ। ਡਿਸਟ੍ਰਿਕਟ ਪੱਧਰ ਦੇ ਲੈਵਲ ਦੀ ਡਿਸਟ੍ਰਿਕਟ ਦੇ ਵਿੱਚ ਇੱਕ ਕੋਰਟ ਵੀ ਹੁੰਦੀ ਹੈ, ਜਿਹਨੂੰ ਆਪਾਂ ਡਿਸਟ੍ਰਿਕਟ ਕੋਰਟ ਕਹਿੰਦੇ ਹਾਂ, ਜ਼ਿਲ੍ਹਾ ਸੈਸ਼ਨ ਜੱਜ ਕਹਿ ਦਿੰਦੇ ਹਾਂ। ਦੈਨ ਆ ਜਾਂਦਾ ਇੰਡੋਰਸਮੈਂਟ। ਜਦੋਂ ਕੋਈ ਡਾਕੂਮੈਂਟ ਹੁੰਦਾ, ਡਾਕੂਮੈਂਟ ਦੇ ਪਿਛਲੇ ਪਾਸੇ ਜਦੋਂ ਕੋਈ ਅਸੀਂ 2 ਲਾਈਨਾਂ 4 ਲਾਈਨਾਂ ਲਿਖ ਕੇ ਕੋਈ ਆਫਿਸਰਸ ਆਪਣੇ ਸਾਈਨ ਕਰਦਾ ਜਾਂ ਪਾਰਟੀਆਂ ਸਾਈਨ ਹੁੰਦੇ ਆ, ਉਹਨੂੰ ਅਸੀਂ ਇੰਡੋਰਸਮੈਂਟ ਕਹਿੰਦੇ ਹਾਂ। ਸਾਨੂੰ ਪਤਾ ਹੀ ਆ, ਆਪਾਂ ਸਾਰੇ ਆਫੀਸ਼ੀਅਲੀ ਤੌਰ ਤੇ ਕੰਮ ਕਰਦੇ ਹਾਂ। ਨੈਕਸਟ ਹੈਗਾ ਇਮੂਵੇਬਲ ਪ੍ਰਾਪਰਟੀ। ਇਮੂਵੇਬਲ ਪ੍ਰਾਪਰਟੀ ਕੀ ਹੁੰਦੀ ਹੈ? ਇਮੂਵੇਬਲ ਪ੍ਰਾਪਰਟੀ ਆਪਾਂ ਲੈਂਡ ਨੂੰ ਕਹਿੰਦੇ ਹਾਂ। ਲੈਂਡ ਦੇ ਨਾਲ ਕੋਈ ਅਟੈਚਡ ਚੀਜ਼ਾਂ ਹੁੰਦੀਆਂ ਨੇ, ਬਣਿਆ ਹੋਇਆ ਮਕਾਨ ਹੈ, ਘਰ ਹੈ, ਠੀਕ ਹੈ ਜੀ, ਤੇ ਕੋਈ ਮਸ਼ੀਨਰੀ ਹੈ ਪੱਕੇ ਤੌਰ ਤੇ ਜਿਹੜੀ ਲੱਗੀ ਹੋਈ ਹੈ, ਜਿਹਨੂੰ ਅਸੀਂ ਮਤਲਬ ਕਿ ਅਲੱਗ ਕਰਨਾ ਔਖਾ ਹੁੰਦਾ ਹੈਗਾ, ਉਹ ਇਮੂਵੇਬਲ ਪ੍ਰਾਪਰਟੀ ਆ ਜਾਂਦੀ ਹੈ। ਦੈਨ ਆ ਜਾਂਦੀ ਹੈ ਇੰਡੀਆ, ਟੈਰੀਟਰੀ ਆਫ ਇੰਡੀਆ। ਪੂਰੀ ਇੰਡੀਆ ਦੀ ਜਿਹੜੀ ਟੈਰੀਟਰੀ ਹੈਗੀ ਆ, ਉਸ ਨੂੰ ਅਸੀਂ ਇੰਡੀਆ ਬੋਲਦੇ ਹਾਂ, ਠੀਕ ਹੈ ਜੀ। ਨੈਕਸਟ ਹੈਗਾ ਮਾਈਨਰ। ਮਾਈਨਰ ਕੌਣ ਹੁੰਦਾ ਹੈ? ਮਾਈਨਰ ਆਪਾਂ ਨੂੰ ਸਾਰਿਆਂ ਨੂੰ ਪਤਾ, ਜਦੋਂ ਕਿਸੇ ਬੰਦੇ ਨੇ, ਕਿਸੇ ਵਿਅਕਤੀ ਨੇ, ਕਿਸੇ ਬੱਚੇ ਨੇ ਜਦੋਂ ਤੱਕ ਮੈਜੋਰਟੀ ਨਹੀਂ ਮੇਜਰ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਮਾਈਨਰ ਕਹਿਲਾਉਂਦਾ ਹੈ। ਮੂਵੇਬਲ ਪ੍ਰਾਪਰਟੀ ਜਿਹੜੀ ਪ੍ਰਾਪਰਟੀ ਨੂੰ ਅਸੀਂ ਲੈ ਕੇ ਇੱਧਰ ਲੈ ਕੇ ਜਾ ਸਕਦੇ ਹੋਈਏ, ਯਾਨੀ ਕਿ ਇਹਦੇ ਵਿੱਚ ਇਨਕਲੂਡਿੰਗ ਜਿਹੜੀਆਂ ਕ੍ਰੌਪਸ ਹੁੰਦੀਆਂ ਨੇ, ਕ੍ਰੌਪਸ ਨੂੰ ਵੀ ਮੂਵੇਬਲ ਪ੍ਰਾਪਰਟੀ ਦੀ ਪਰਿਭਾਸ਼ਾ 'ਚ ਗਿਣਿਆ ਜਾਂਦਾ ਹੈ, ਠੀਕ ਹੈ ਜੀ। ਦੈਨ ਆ ਜਾਂਦਾ ਹੈ ਰਿਪਰੈਜ਼ੈਂਟੇਟਿਵ। ਰਿਪਰੈਜ਼ੈਂਟੇਟਿਵ ਕੌਣ ਹੁੰਦੇ ਆ? ਰਿਪਰੈਜ਼ੈਂਟ ਜਦੋਂ ਕੋਈ ਵਿਅਕਤੀ ਜਿਵੇਂ ਕਿ ਲੂਨੈਟਿਕ ਹੈ, ਕੋਈ ਇਡੀਅਟ ਹੈ ਜਾਂ ਕੋਈ ਮਾਈਨਰ ਹੈ, ਉਹਦੀ ਥਾਂ ਤੇ ਜਦੋਂ ਕੋਈ ਵਿਅਕਤੀ ਕੰਮ ਕਰਦਾ ਹੈ, ਠੀਕ ਹੈ, ਲੀਗਲੀ ਤੌਰ ਤੇ ਵਿਦ ਪਰਮਿਸ਼ਨ ਆਫ ਦਾ ਕੋਰਟ, ਤਾਂ ਉਸਨੂੰ ਅਸੀਂ ਰਿਪਰੈਜ਼ੈਂਟੇਟਿਵ ਕਹਿ ਦਿੰਦੇ ਹਾਂ ਉਹਦਾ। ਨੈਕਸਟ ਆ ਜਾਂਦਾ ਜੀ ਜਿਹੜਾ ਪਾਰਟ 2 ਰਜਿਸਟ੍ਰੇਸ਼ਨ ਐਸਟੈਬਲਿਸ਼ਮੈਂਟ। ਰਜਿਸਟ੍ਰੇਸ਼ਨ ਐਸਟੈਬਲਿਸ਼ਮੈਂਟ ਮਤਲਬ ਵੀ ਕਿਹੜੇ ਆਫਿਸਰਸ, ਕਿਹੜੇ ਵਿਅਕਤੀ, ਕਿਹੜੇ ਜਿਹੜਾ ਅਮਲਾ ਹੈਗਾ ਇਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਨਿਯੁਕਤ ਕੀਤਾ ਜਾਂਦਾ ਗਵਰਨਮੈਂਟ ਵੱਲੋਂ, ਠੀਕ ਹੈ। ਉਹਦੇ ਵਿੱਚ ਹੈਗਾ ਸੈਕਸ਼ਨ ਨੰਬਰ 3 ਇੰਸਪੈਕਟਰ ਜਨਰਲ ਆਫ ਦਾ ਰਜਿਸਟ੍ਰੇਸ਼ਨ। ਆਈਜੀ ਨੂੰ ਕਹਿੰਦੇ ਆ, ਆਈਜੀ ਆਫ ਦਾ ਰਜਿਸਟ੍ਰੇਸ਼ਨ। ਸਟੇਟ ਗਵਰਨਮੈਂਟ ਮੇ ਅਪਾਇੰਟ। ਜਿਹੜੀ ਸਟੇਟ ਗਵਰਨਮੈਂਟ ਹੈਗੀ ਹੈ ਉਹ ਇੱਕ ਆਈਜੀ ਨਿਯੁਕਤ ਕਰ ਸਕਦੀ ਹੈ। ਜਿਵੇਂ ਕਿ ਪੰਜਾਬ ਦੇ ਵਿੱਚ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਨੂੰ ਆਈਜੀ ਦੀਆਂ ਪਾਵਰਸ ਦਿੱਤੀਆਂ ਗਈਆਂ ਹੁੰਦੀਆਂ ਨੇ, ਠੀਕ ਹੈ ਜੀ। ਇੰਸਪੈਕਟਰ ਜਨਰਲ ਜਿਹਨੂੰ ਆਪਾਂ ਕਹਿੰਦੇ ਆ। ਦੇਖੋ ਇਹਦੀ ਜਿਹੜੀ ਸੈਕਸ਼ਨ 3 ਦੀ ਸਬਸੈਕਸ਼ਨ 1 ਹੈਗੀ ਹੈ, ਉਹਦੇ 'ਚ ਕਿਹਾ ਗਿਆ ਹੈ, ਉਹਦੇ 'ਚ ਇੱਕ ਕਲੌਜ਼ ਉਹਦੇ ਨਾਲ ਜਿਹੜੇ ਕਿ ਆਪਾਂ ਨੂੰ ਸ਼ਾਇਦ ਪੇਪਰ 'ਚ ਕਈ ਵਾਰੀ ਆ ਵੀ ਜਾਂਦਾ ਹੈ ਵੀ ਆਈਜੀ ਦੀਆਂ ਜਿਹੜੇ ਪਾਵਰਸ ਨੇ, ਹਾਂਜੀ, ਕਿਸੇ ਹੋਰ ਅਫਸਰ ਨੂੰ ਵੀ ਦਿੱਤੀਆਂ ਜਾ ਸਕਦੀਆਂ ਨੇ। ਜੇ ਸਰਕਾਰ ਨੇ, ਸਟੇਟ ਗਵਰਨਮੈਂਟ ਨੇ ਆਈਜੀ ਦੀ ਪਾਵਰ, ਆਈਜੀ ਵੱਖਰੇ ਤੌਰ ਤੇ ਨਿਯੁਕਤ ਨਹੀਂ ਕਰਨਾ, ਜਿਵੇਂ ਹੁਣ ਆਪਣੇ ਡਾਇਰੈਕਟਰ ਲੈਂਡ ਰਿਕਾਰਡ ਹੈ, ਠੀਕ ਹੈ ਜੀ, ਇਹ ਆਈਜੀ ਨਿਯੁਕਤ ਤਾਂ ਨਹੀਂ ਕੀਤੇ ਗਏ, ਅਪਾਇੰਟਮੈਂਟ ਤਾਂ ਨਹੀਂ ਕੀਤੀ ਗਈ, ਆਈਜੀ ਪਾਵਰਸ ਦਿੱਤੀਆਂ ਗਈਆਂ ਨੇ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ। ਇਸ ਕਰਕੇ ਜਿਹੜੀ ਸਟੇਟ ਗਵਰਨਮੈਂਟ ਹੈਗੀ ਹੈ ਮੇ ਅਪਾਇੰਟ ਇੰਸਪੈਕਟਰ ਜਨਰਲ, ਵੱਖਰੇ ਤੌਰ ਤੇ ਵੀ ਆਈਜੀ ਦੀ ਪੋਸਟ ਜਿਹੜੀ ਉਹਦੀ ਅਪਾਇੰਟਮੈਂਟ ਕੀਤੀ ਜਾ ਸਕਦੀ ਹੈ, ਜਾਂ ਫਿਰ ਕਿਸੇ ਹੋਰ ਆਫਿਸਰ ਨੂੰ ਵੀ ਆਈਜੀ ਦੀਆਂ ਜਿਹੜੀਆਂ ਪਾਵਰਸ ਨੇ ਦਿੱਤੀਆਂ ਜਾ ਸਕਦੀਆਂ ਨੇ। ਸਬਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ? ਇਹ ਕਿਹਾ ਗਿਆ ਵੀ ਜਿਹੜਾ ਆਈਜੀ ਹੈਗਾ ਮੇ ਹੋਲਡ ਸਾਈਮਲਟੇਨੀਅਸਲੀ ਅਦਰ ਆਫਿਸਰਸ ਆਲਸੋ। ਕੋਈ ਵੀ ਆਈਜੀ ਹੈਗਾ ਜਿਹਨੂੰ ਅਪਾਇੰਟਮੈਂਟ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਐਜ਼ ਏ ਇੰਸਪੈਕਟਰ ਜਨਰਲ,
ਤਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਉਹ ਇਕੱਲਾ ਆਈਜੀਐਮ ਪਾਵਰਸ ਹੀ ਨਿਯੁਕਤ ਕਰੇ ਨਿਭਾਵੇ, ਉਹ ਆਪਣੇ ਆਫਿਸ ਦੇ ਨਾਲ ਨਾਲ ਸਾਈਮਲਟੇਨੀਅਸਲੀ, ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਹੈਗਾ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਦੇ ਤੌਰ ਤੇ, ਦੋਨੋਂ ਕੰਮ ਵੀ ਮਤਲਬ ਕੀਤੇ ਜਾ ਸਕਦੇ ਨੇ ਆਈਜੀ ਵੱਲੋਂ। ਆਪਣੇ ਆਫਿਸ ਦੇ ਦੂਜਾ ਆਫਿਸ ਦੀਆਂ ਪਾਵਰਾਂ ਵੀ ਨਿਭਾਈਆਂ ਜਾ ਸਕਦੀਆਂ ਨੇ, ਨਾਲ ਨਾਲ ਇੰਸਪੈਕਟਰ ਜਨਰਲ ਦੀਆਂ ਪਾਵਰਾਂ ਵੀ ਨਿਭਾਈਆਂ ਜਾ ਸਕਦੀਆਂ ਨੇ। ਸੈਕਸ਼ਨ 4 ਡਿਲੀਟ ਹੋ ਚੁੱਕਿਆ ਜੀ। ਨੈਕਸਟ ਹੈਗਾ ਸੈਕਸ਼ਨ 5। ਸੈਕਸ਼ਨ 5 ਦੇ ਵਿੱਚ ਕੀ ਹੈਗਾ, ਡਿਸਟ੍ਰਿਕਟ ਐਂਡ ਸਬ ਡਿਸਟ੍ਰਿਕਟ। ਡਿਸਟ੍ਰਿਕਟ ਐਂਡ ਸਬ ਡਿਸਟ੍ਰਿਕਟ ਆਪਾਂ ਪਹਿਲਾਂ ਪੂਰੀ ਡੈਫੀਨੇਸ਼ਨ ਵੀ ਪੜ੍ਹ ਕੇ ਹਟੇ ਹਾਂ। ਡਿਸਟ੍ਰਿਕਟ ਤੇ ਸਬ ਡਿਸਟ੍ਰਿਕਟ ਕੀ ਹੈਗਾ, ਜਦੋਂ ਡਿਸਟ੍ਰਿਕਟ ਹੈ ਕੋਈ ਆਲਟਰੇਸ਼ਨ ਸਰਕਾਰ ਨੇ ਕਰਨੀ ਹੋਵੇ, ਲਿਮਿਟ ਕੋਈ ਚੇਂਜ ਕਰਨੀ ਹੋਵੇ ਡਿਸਟ੍ਰਿਕਟ ਦੀ, ਜਾਂ ਕੋਈ ਡਿਸਟ੍ਰਿਕਟ ਵਧਾਉਣਾ ਕਰਨਾ ਹੋਵੇ, ਆਪਾਂ ਦੇਖਦੇ ਹਾਂ ਸਟੇਟ ਕੋ ਪੰਜਾਬ ਦੇ ਵਿੱਚ ਵੀ ਪਹਿਲਾਂ ਡਿਸਟ੍ਰਿਕਟ 12-13 ਡਿਸਟ੍ਰਿਕਟ ਹੋਇਆ ਕਰਦੇ ਸੀ, ਅੱਜ ਡਿਸਟ੍ਰਿਕਟਾਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ। ਸਰਕਾਰ ਵੱਲੋਂ ਨੋਟੀਫਿਕੇਸ਼ਨ ਕਰਕੇ ਹੀ ਕਿਸੇ ਡਿਸਟ੍ਰਿਕਟ ਦੀ ਜਿਹੜੀ ਡਿਸਟ੍ਰਿਕਟ ਦੀ ਜਾਂ ਸਬ ਡਿਸਟ੍ਰਿਕਟ ਆਪਾਂ ਫਿਰ ਦੁਬਾਰਾ ਗੱਲ ਕਰਦੇ ਹਾਂ। ਸਬ ਡਿਸਟ੍ਰਿਕਟ ਕਿਹਾ ਜਾਂਦਾ ਸਬ ਡਿਵੀਜ਼ਨ ਨੂੰ, ਸਬ ਡਿਵੀਜ਼ਨ ਕਿਹਨੂੰ ਕਿਹਾ ਜਾਂਦਾ, ਤਹਿਸੀਲ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ। ਕਿਸੇ ਡਿਸਟ੍ਰਿਕਟ ਦੀਆਂ ਜੇ ਕੋਈ ਬਾਉਂਡਰੀਜ਼ ਨੇ, ਕੋਈ ਲਿਮਿਟਸ ਨੇ, ਕੋਈ ਚੇਂਜ ਕਰਨੀਆਂ ਨੇ, ਜਾਂ ਕਿਸੇ ਸਬ ਡਿਸਟ੍ਰਿਕਟ ਦੀਆਂ ਬਾਉਂਡਰੀ ਚੇਂਜ ਕਰਨੀਆਂ ਨੇ, ਤਾਂ ਉਹਦੇ ਲਈ ਆਲਟਰੇਸ਼ਨ ਕਰਨ ਦੇ ਲਈ, ਬਾਉਂਡਰੀ ਚੇਂਜ ਕਰਨ ਦੇ ਲਈ ਜਿਹੜੇ ਗਵਰਨਮੈਂਟ ਹੈ, ਗਵਰਨਮੈਂਟ ਨੂੰ ਨੋਟੀਫਿਕੇਸ਼ਨ ਜਾਰੀ ਕਰਨਾ ਪੈਂਦਾ ਹੈ। ਠੀਕ ਹੈ ਜੀ। ਇਹਦੇ ਨਾਲ ਹੀ ਕੀ ਹੈਗਾ, ਜਿਸ ਦਿਨ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਸੇ ਦਿਨ ਤੋਂ ਉਹਦਾ ਇਫੈਕਟ ਸਟਾਰਟ ਹੋ ਜਾਂਦਾ ਹੈ। ਨੈਕਸਟ ਆ ਜਾਂਦੀ ਸੈਕਸ਼ਨ 6। ਸੈਕਸ਼ਨ 6 ਚ ਕੀ ਹੈ, ਰਜਿਸਟਰਾਰ ਐਂਡ ਸਬ ਰਜਿਸਟਰਾਰਸ। ਦੇਖੋ ਸਭ ਤੋਂ ਵੱਡੀ ਪੋਸਟ ਕਾਹਦੀ ਸੀਗੀ, ਆਈਜੀ, ਇੰਸਪੈਕਟਰ ਜਨਰਲ। ਦੈਨ ਆ ਜਾਂਦੇ ਨੇ ਰਜਿਸਟਰਾਰ ਐਂਡ ਸਬ ਰਜਿਸਟਰਾਰ। ਕਲੈਕਟਰ ਆਫ ਦਾ ਡਿਸਟ੍ਰਿਕਟ ਯਾਨੀ ਕਿ ਡੀਸੀ ਨੂੰ ਅਸੀਂ ਰਜਿਸਟਰਾਰ ਕਹਿੰਦੇ ਆ। ਐਂਡ ਗਵਰਨਮੈਂਟ ਮੇ ਅਪਾਇੰਟ ਐਨੀ ਅਦਰ ਪਰਸਨ ਆਲਸੋ। ਕਿਸੇ ਵੀ ਵਿਅਕਤੀ ਨੂੰ ਜਿਹੜੀ ਗਵਰਨਮੈਂਟ ਹੈਗੀ ਰਜਿਸਟਰਾਰ ਦੀਆਂ ਪਾਵਰਾਂ ਦੇ ਸਕਦੀ ਹੈ। ਠੀਕ ਹੈ। ਇਸ ਲਈ ਜਿਹੜੇ ਸਬ ਰਜਿਸਟਰਾਰ ਹੁੰਦੇ ਨੇ ਉਹ ਤਹਿਸੀਲ ਪੱਧਰ ਤੇ ਹੁੰਦੇ ਨੇ, ਯਾਨੀ ਕਿ ਆਪਣਾ ਸਬ ਡਿਵੀਜ਼ਨ ਲੈਵਲ ਤੇ ਇੱਕ ਸਬ ਰਜਿਸਟਰਾਰ ਦੀ ਪੋਸਟ ਹੁੰਦੀ ਹੈ। ਇਹਦੇ ਨਾਲ ਹੀ ਜੁਆਇੰਟ ਸਬ ਰਜਿਸਟਰਾਰ ਵੀ ਹੁੰਦੇ ਆ। ਠੀਕ ਹੈ ਜੀ। ਨੈਕਸਟ ਸੈਕਸ਼ਨ 7 ਹੈਗਾ ਆਫਿਸਰ ਆਫ ਰਜਿਸਟਰਾਰ ਐਂਡ ਸਬ ਰਜਿਸਟਰਾਰ ਐਂਡ ਜੁਆਇੰਟ ਸਬ ਰਜਿਸਟਰਾਰ। ਸੈਕਸ਼ਨ 7 ਆਫਿਸਰਸ ਆਫ ਰਜਿਸਟਰਾਰ, ਸਬ ਰਜਿਸਟਰਾਰ। ਦਫ਼ਤਰ ਦੀ ਗੱਲ ਕੀਤੀ ਗਈ ਹੈ ਇੱਥੇ। ਸਰਕਾਰ ਵੱਲੋਂ ਰਜਿਸਟਰਾਰ ਦਾ, ਸਬ ਰਜਿਸਟਰਾਰ ਦਾ, ਜਿਵੇਂ ਕਿ ਹੁਣ ਆਪਾਂ ਵੱਡੇ ਸ਼ਹਿਰਾਂ 'ਚ ਦੇਖ ਰਹੇ ਹਾਂ, ਜਿਹੜਾ ਜਨਰਲ ਤੁਸੀਂ ਦੇਖ ਰਹੇ ਹਾਂ ਕਿ ਅਲੱਗ-ਅਲੱਗ ਸਟੇਟਾਂ 'ਚ ਅਲੱਗ-ਅਲੱਗ ਰੂਲਸ ਬਣਾਏ ਜਾਂਦੇ ਆ। ਰਜਿਸਟਰਾਰ ਦਾ ਜਿਹੜਾ ਆਫਿਸ ਹੈ ਆਪਣੀ ਸਟੇਟ ਦੇ ਵਿੱਚ, ਜਿਹੜੇ ਵੀ ਕਲੈਕਟਰ ਦੇ ਆਫਿਸ ਹੁੰਦੇ ਆ, ਡੀਸੀ ਦੇ ਆਫਿਸ ਹੁੰਦੇ ਆ, ਉਹੀ ਰਜਿਸਟਰਾਰ ਦਾ ਆਫਿਸ ਅਸੀਂ ਸਾਡੇ ਇੱਥੇ ਪੰਜਾਬ ਦੇ ਵਿੱਚ ਲਾਗੂ ਹੈਗਾ। ਤੇ ਜਿਵੇਂ ਸਬ ਰਜਿਸਟਰਾਰ ਦੇ ਜਿਹੜੇ ਆਫਿਸ ਨੇ, ਜਿਹੜਾ ਤਹਿਸੀਲਦਾਰ ਦਾ ਆਫਿਸ ਹੈ ਉਹੀ ਸਬ ਰਜਿਸਟਰਾਰ ਦਾ ਆਫਿਸ ਬਣਾਇਆ ਜਾਂਦਾ ਹੈ। ਤੇ ਜਿਹੜੇ ਸਾਡੇ ਵੱਡੇ ਸਿਟੀ ਹੈ ਜਿਵੇਂ ਲੁਧਿਆਣਾ ਹੈ, ਜਲੰਧਰ ਹੈ, ਅੰਮ੍ਰਿਤਸਰ ਹੈ, ਪਟਿਆਲਾ ਹੈ, ਇੱਥੇ ਜਿਹੜੇ ਸਬ ਰਜਿਸਟਰਾਰ ਦੇ ਜਿਹੜੇ ਆਫਿਸ ਨੇ, ਹੁਣ ਤਾਂ ਸਬ ਰਜਿਸਟਰਾਰ ਦੀਆਂ ਪੋਸਟਾਂ ਵੱਖਰੇ ਤੌਰ ਤੇ ਬਣ ਚੁੱਕੀਆਂ ਨੇ। ਇੱਥੇ ਜਿਹੜੇ ਸਬ ਰਜਿਸਟਰਾਰ ਦੇ ਆਫਿਸ ਨੇ ਵੱਖਰੇ ਤੌਰ ਤੇ ਬਣਾਏ ਜਾਂਦੇ ਨੇ। ਇਸੇ ਤਰ੍ਹਾਂ ਸਬ ਤਹਿਸੀਲ ਦੇ ਵਿੱਚ ਜੁਆਇੰਟ ਸਬ ਰਜਿਸਟਰਾਰ ਦਾ ਜਿਹੜਾ ਆਫਿਸ ਹੈ ਸਰਕਾਰ ਵੱਲੋਂ ਬਣਾਇਆ ਜਾਂਦਾ ਹੈ। ਜਿੰਨੇ ਵੀ ਸਬ ਰਜਿਸਟਰਾਰ ਹੁੰਦੇ ਨੇ ਇਹ ਸਾਰੇ ਰਜਿਸਟਰਾਰ ਦੇ ਸਬਆਰਡੀਨੇਟ ਹੁੰਦੇ ਨੇ। ਜਿਹੜਾ ਰਜਿਸਟਰਾਰ ਹੁੰਦਾ ਉਹ ਆਈਜੀ ਦਾ ਸਬਆਰਡੀਨੇਟ ਹੁੰਦਾ ਹੈ। ਅਥਾਈ ਸਬ ਰਜਿਸਟਰਾਰ। ਹਾਂਜੀ ਆਵਾਜ਼ ਸਰ ਡਬਲ ਆਈ, ਆਵਾਜ਼ ਆਈ ਹੈ। ਆਵਾਜ਼ ਡਬਲ ਆ ਰਹੀ ਹੈ। ਹਾਂਜੀ ਠੀਕ ਹੈ ਸਰ, ਸਹੀ ਨਹੀਂ ਚੱਲ ਰਿਹਾ ਹੈ ਜੀ। ਠੀਕ ਨਹੀਂ ਆ ਰਹੀ ਆਵਾਜ਼? ओके दोबारा रीचेक करवाओ आवाज दोबारा भी। हाँ जी दोबारा चेक कर लेना, कोई गल नहीं। आवाज डबल आ रही है। किन्ने बंदे की दिक्कत आ रही है जी? डबल आ रही है आवाज, डबल आवाज है जी, कट्टी जाती आवाज। ओके आवाज कटती भी है। सर एक जब तक क्वेश्चन मैं पूछना बची। हाँ हाँ पूछो पूछो। मतलब तुसी ਇਹ ਦੱਸਿਆ ਜੋ ਹੁਣ ਤੇ ਪੜਾਇਆ ਸਬ ਰਜਿਸਟਰ ਤੇ ਆਈਜੀ ਇਹ ਮੁੱਦੇ ਆ। ਹਾਂ ਫਿਰ ਜਿਹੜੇ ਕਮਿਸ਼ਨਰ ਆ, ਫਾਈਨੈਂਸ਼ੀਅਲ ਕਮਿਸ਼ਨਰ ਆ, ਕੀ ਇਹਨਾਂ ਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਹੁੰਦੀ ਇਹਨਾਂ ਦੀ? ਦੇਖੋ ਆਪਣੇ ਲਾਅ ਤਾਂ ਨਹੀਂ ਕਹਿੰਦਾ ਹੈਗਾ। ਲਾਅ ਦੇ ਵਿੱਚ ਤਾਂ ਰਜਿਸਟਰਾਰ ਹੁੰਦਾ, ਆਈਜੀ ਹੈਗਾ, ਇੰਸਪੈਕਟਰ ਜਨਰਲ ਤੇ ਇੰਸਪੈਕਟਰ ਜਨਰਲ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ। ਠੀਕ ਹੈ। ਤੇ ਜਿਹੜੇ ਹੁਣ ਸਬ ਰਜਿਸਟਰਾਰ ਦੇ ਤੌਰ ਤੇ ਸਾਡੇ ਹਾਂਜੀ
ऑफिसर्स काम करते हैं आगे ला जा आके अफसर ठीक हाँ जी, देखो आवाज किमें है जी, ठीक है कुछ आवाज ठीक है आवाज ठीक हुई है? हाँ ठीक है जी। हाँ जी ओके, ठीक है चल रही है कई बार ये हो सकता है भी किसी नेटवर्किंग च कोई प्रॉब्लम आती होवे। हाँ जी, देखो आवाज ठीक है, चेक करो जरा प्लीज। ठीक है जी, ठीक है ओके। ठीक है जी। देखो ਸੈਕਸ਼ਨ 7 ਪੜ੍ਹ ਰਹੇ ਸੀ ਅਸੀਂ। ਸੈਕਸ਼ਨ 7 ਚ ਕਿਹਾ ਗਿਆ ਸੀ ਵੀ ਰਜਿਸਟਰਾਰ ਦਾ, ਸਬ ਰਜਿਸਟਰਾਰ ਦਾ, ਜੁਆਇੰਟ ਸਿਵਲ ਰਜਿਸਟਰਾਰ ਦਾ ਇੱਕ ਆਫਿਸ ਹੋ ਸਕਦਾ ਹੈ, ਆਫਿਸ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਵੀ ਸਾਡੇ ਸਟੇਟ ਦੇ ਵਿੱਚ ਰਜਿਸਟਰਾਰ ਦਾ ਆਫਿਸ ਜਿਹੜਾ ਕਲੈਕਟਰ ਦਾ ਆਫਿਸ ਹੁੰਦਾ, ਡੀਸੀ ਦਾ ਆਫਿਸ ਹੁੰਦਾ, ਉਹੀ ਰਜਿਸਟਰਾਰ ਦਾ ਆਫਿਸ ਹੁੰਦਾ ਹੈ। ਸਬ ਰਜਿਸਟਰਾਰ ਦੇ ਜਿਹੜੇ ਆਫਿਸ ਨੇ ਉਹ ਤਹਿਸੀਲ ਪੱਧਰ ਤੇ ਹੁੰਦੇ ਨੇ, ਜਿੱਥੇ ਸਬ ਰਜਿਸਟਰਾਰ ਦੀ ਪੋਸਟ ਜਾਂ ਵੱਡੇ ਜਿਹੜੇ ਸ਼ਹਿਰ ਹੈਗੇ ਆ ਉੱਥੇ ਸਬ ਰਜਿਸਟਰਾਰ ਦੀ ਜਿਹੜੀ ਵੱਖਰਾ ਆਫਿਸ ਵੀ ਬਣਾਇਆ ਗਿਆ ਹੈਗਾ। ਇਹਦੇ ਨਾਲ ਹੀ ਕੀ ਹੈਗਾ, the state government may amalgamate with any office of registrar, any office of sub registrar subordinate to such registrar। ਜਿਹੜਾ ਰਜਿਸਟਰਾਰ ਦਾ ਆਫਿਸ ਹੈਗਾ, ਗਵਰਨਮੈਂਟ ਜਿਹੜੇ ਰਜਿਸਟਰਾਰ ਦੇ ਆਫਿਸ ਨੂੰ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਮਿਲਾ ਸਕਦੀ ਹੈ। ਯਾਨੀ ਕਿ ਰਜਿਸਟਰਾਰ ਦਾ ਤੇ ਸਬ ਰਜਿਸਟਰਾਰ ਦਾ ਜਿਹੜਾ ਆਫਿਸ ਹੈ ਇੱਕ ਹੋ ਸਕਦਾ ਹੈ ਗਵਰਨਮੈਂਟ ਦੇ ਆਰਡਰ ਦੇ ਨਾਲ। and may authorize any sub registrar whose office has been so amalgamated। ਜਿਹੜੇ ਵੀ ਸਬ ਰਜਿਸਟਰਾਰ ਨੂੰ ਕੋਈ ਜਿਹੜੇ ਵੀ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਰਜਿਸਟਰ ਦਾ ਆਫਿਸ ਸ਼ਾਮਲ ਕੀਤਾ ਗਿਆ ਹੋਵੇ, ਉਹ ਸਬ ਰਜਿਸਟਰਾਰ ਨੂੰ ਰਜਿਸਟਰਾਰ ਦੀਆਂ ਪਾਵਰਾਂ ਵੀ ਨਾਲ ਦਿੱਤੀਆਂ ਜਾ ਸਕਦੀਆਂ ਨੇ ਵੀ ਜਿਹੜੀ ਵੀ ਕੰਮ ਰਜਿਸਟਰਾਰ ਵੱਲੋਂ ਕੀਤੇ ਜਾਣੇ ਆ ਉਹ ਜਿਵੇਂ ਕਿ ਡਿਸਟ੍ਰਿਕਟ ਹੈੱਡਕੁਆਟਰ ਦੀ ਗੱਲ ਕਰ ਲਈ ਆਪਾਂ, ਜਿਵੇਂ ਪਟਿਆਲਾ ਦੀ ਗੱਲ ਕਰ ਲਈਏ, ਪਟਿਆਲੇ ਦੇ ਵਿੱਚ ਰਜਿਸਟਰਾਰ ਦੀ ਪੋਸਟ ਹੈ, ਠੀਕ ਹੈ ਜੀ, ਪਟਿਆਲੇ ਦੇ ਵਿੱਚ ਸਬ ਰਜਿਸਟਰਾਰ ਦੀ ਪੋਸਟ ਵੀ ਹੈ। ਜੇਕਰ ਗਵਰਨਮੈਂਟ ਚਾਹੇ ਤਾਂ ਰਜਿਸਟਰਾਰ ਦੀ ਪੋਸਟ ਨੂੰ ਇੱਥੇ ਰਜਿਸਟਰਾਰ ਦੇ ਆਫਿਸ ਨੂੰ, ਪੋਸਟ ਨੂੰ ਨਹੀਂ ਰਜਿਸਟਰਾਰ ਦੇ ਆਫਿਸ ਨੂੰ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਵੀ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਵੀ ਮਿਲਾ ਸਕਦੀ ਹੈ। ਉੱਥੇ ਨਾਲ ਹੀ ਆਰਡਰ ਕੀਤਾ ਜਾ ਸਕਦਾ ਗਵਰਨਮੈਂਟ ਵੱਲੋਂ ਵੀ ਰਜਿਸਟਰਾਰ ਦੀਆਂ ਜਿਹੜੀਆਂ ਪਾਵਰਸ ਹੈਗੀਆਂ ਨੇ ਤੁਸੀਂ ਯੂਟੀਲਾਈਜ਼ ਕਰਨੀਆਂ ਨੇ। ਪਰ ਉੱਥੇ ਨਾਲ ਹੀ ਇੱਕ ਪ੍ਰੋਵੀਜ਼ੋ ਦਿੱਤੀ ਗਈ ਹੈ, ਜਿੱਥੇ ਕਿਤੇ ਗੱਲ ਅਪੀਲ ਦੀ ਆ ਜਾਂਦੀ ਹੈ ਵੀ ਰਜਿਸਟਰਾਰ ਕੋਲੇ ਜਿਵੇਂ ਕੋਈ ਆਰਡਰ ਹੈ, ਕੋਈ ਰਜਿਸਟਰੀ ਹੈ ਜਾਂ ਕੋਈ ਆਰਡਰ ਹੈ ਜਿਹੜਾ ਸਬ ਰਜਿਸਟਰਾਰ ਨੇ ਕੀਤਾ ਹੈ, ਉਹਦੀ ਜਿਹੜੀ ਅਪੀਲ ਹੈ ਰਜਿਸਟਰਾਰ ਤੇ ਜਾਣੀ ਹੈ, ਠੀਕ ਹੈ। ਤਾਂ ਆਪਣੇ ਆਰਡਰ ਦੀ ਆਪ ਅਪੀਲ ਹੀ ਨਾ ਸੁਣ ਸਕੇਗਾ ਸਬ ਰਜਿਸਟਰਾਰ, ਰਜਿਸਟਰਾਰ ਦਾ ਹੀ ਆਰਡਰ ਹੈ, ਜਿਹੜੀ ਉਹਦੀ ਅਪੀਲ ਹੈ ਉਹ ਰਜਿਸਟਰਾਰ ਨੇ ਸੁਣਨੀ ਹੈ। ਉਹ ਉਹਨਾਂ ਕੇਸਾਂ ਨੂੰ ਛੱਡ ਕੇ ਬਾਕੀ ਜਿਹੜੇ ਕੰਮ ਹੈਗੇ ਆ ਜਿਹੜੇ ਰਜਿਸਟਰਾਰ ਵੱਲੋਂ ਕੀਤੇ ਜਾਂਦੇ ਆ ਉਹ ਸਬ ਰਜਿਸਟਰਾਰ ਵੱਲੋਂ ਕਰਨ ਦੇ ਲਈ ਵੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਨੈਕਸਟ ਹੈ ਸੈਕਸ਼ਨ 8 ਇੰਸਪੈਕਟਰਸ ਆਫ ਰਜਿਸਟ੍ਰੇਸ਼ਨ ਆਫਿਸਰਸ। ਪਹਿਲਾਂ ਕੁਝ ਸਮਾਂ ਪਹਿਲਾਂ ਦੇਖਿਆ ਸੀਗਾ ਅਸੀਂ, ਸ਼ਾਇਦ ਹੁਣ ਤਾਂ ਮੇਰੇ ਖਿਆਲ ਨਹੀਂ ਵਜੂਦ ਦੇ ਵਿੱਚ ਹੈਗਾ। ਰਜਿਸਟਰਾਰ ਆਫਿਸ ਵੱਲੋਂ ਇੰਸਪੈਕਟਰ ਆਈਜੀ ਵੱਲੋਂ ਇੰਸਪੈਕਟਰਸ ਆਫ ਰਜਿਸਟ੍ਰੇਸ਼ਨ ਆਫਿਸ, ਆਈਜੀ ਆਫਿਸ ਵੱਲੋਂ ਜਿਹੜੇ ਹੈਗੇ ਨੇ ਇੰਸਪੈਕਟਰ ਵੀ ਨਿਯੁਕਤ ਕੀਤੇ ਜਾਂਦੇ ਆ। ਆਈਜੀ ਆਫਿਸ ਵੱਲੋਂ ਇੰਸਪੈਕਟਰ ਰਜਿਸਟ੍ਰੇਸ਼ਨ ਜਿੱਥੇ ਰਜਿਸਟਰੀਆਂ ਹੁੰਦੀਆਂ ਨੇ ਉਸ ਆਫਿਸ ਦੇ ਵਿੱਚ ਜਿੱਥੇ ਰਜਿਸਟਰੀਆਂ ਹੁੰਦੀਆਂ ਨੇ, ਯਾਨੀ ਕਿ ਰਜਿਸਟ੍ਰੇਸ਼ਨ ਆਫਿਸ ਜਿਹੜਾ ਹੁੰਦਾ ਜਿੱਥੇ ਰਜਿਸਟਰੀਆਂ ਹੁੰਦੀਆਂ ਨੇ, ਯਾਨੀ ਕਿ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਆਈਜੀ ਆਫਿਸ ਦੇ ਵੱਲੋਂ ਇੰਸਪੈਕਟਰ ਦੀ ਨਿਯੁਕਤੀ ਵੀ ਕੀਤੀ ਜਾ ਸਕਦੀ ਹੈ। ਇਹ ਸੈਕਸ਼ਨ 8 ਹੈਗਾ। ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਹੁੰਦੀ ਸੀਗੀ ਨਿਯੁਕਤੀ, ਕੁਝ ਵਿਅਕਤੀ ਜਿਹੜੇ ਹੈਗੇ ਸੀਗੇ ਉੱਥੋਂ ਰਜਿਸਟਰਾਰ ਆਫਿਸ ਦੇ ਵਿੱਚੋਂ, ਆਈਜੀ ਆਫਿਸ ਦੇ ਵਿੱਚੋਂ, ਡਾਇਰੈਕਟਰ ਡੀਐਲਆਰ ਦੇ ਆਫਿਸ ਦੇ ਵਿੱਚੋਂ ਆ ਕੇ ਜਿੱਥੇ ਰਜਿਸਟ੍ਰੇਸ਼ਨ ਕਮਰਾ ਹੁੰਦਾ ਸੀ ਉੱਥੇ ਬੈਠਦੇ ਸੀਗੇ, ਰਜਿਸਟਰੀਆਂ ਚੈੱਕ ਕਰਦੇ ਸੀ, ਵੈਲਿਊਏਸ਼ਨ ਚੈੱਕ ਕਰਦੇ ਸੀ, ਰਜਿਸਟਰੀ ਦੀ ਵੀ ਪ੍ਰੋਪਰ ਵੈਲਿਊ ਦੇ ਸਟੈਂਪ ਲੱਗੇ ਹੋਏ ਜਾਂ ਨਹੀਂ ਲੱਗੇ ਹੋਏ। ਯਾਨੀ ਕਿ ਇੰਸਪੈਕਟਰ ਦੀ ਨਿਯੁਕਤੀ ਵੀ ਆਈਜੀ ਆਫਿਸ ਵੱਲੋਂ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਕੀਤੀ ਜਾ ਸਕਦੀ ਹੈ। ਪਰ ਜਿਹੜਾ ਇਹ ਇੰਸਪੈਕਟਰ ਹੋਏਗਾ that will be the subordinate of the IG office, IG office ਦੇ subordinate ਜੋ ਕੰਮ ਕਰੇਗਾ। ਨੈਕਸਟ ਹੈ ਸੈਕਸ਼ਨ 9 ਜਿਹੜਾ ਹੈਗਾ ਜੀ ਇਹ ਰਿਪੀਲ ਹੋ ਚੁੱਕਿਆ ਹੈ। ਅੱਗੇ ਹੈਗਾ ਸੈਕਸ਼ਨ 10 ਐਬਸੈਂਸ ਆਫ ਰਜਿਸਟਰਾਰ ਔਰ ਵੈਕੈਂਸੀ ਇਨ ਹਿਸ ਆਫਿਸ। ਜੇ ਕਿਸੇ ਕਰਕੇ ਕਿਸੇ ਕਾਰਨ ਰਜਿਸਟਰਾਰ ਹੈਗਾ, ਰਜਿਸਟਰਾਰ ਦੀ ਜਿਹੜੀ ਆਫਿਸ ਹੈਗਾ ਉਹ ਖਾਲੀ ਪਿਆ ਜਾਂ ਰਜਿਸਟਰਾਰ ਦੀ ਜਿਹੜੀ ਐਬਸੈਂਟ ਹੈ ਆਪਣੀ ਡਿਊਟੀ ਤੋਂ, ਤਾਂ ਜਿਹੜੀ ਗਵਰਨਮੈਂਟ ਹੈਗੀ ਹੈ ਕਿਸੇ ਵੀ ਵਿਅਕਤੀ ਨੂੰ ਟੈਂਪਰੇਰੀ ਤੌਰ ਤੇ ਰਜਿਸਟਰਾਰ ਦੀਆਂ ਜਿਹੜੀਆਂ ਪਾਵਰਸ ਨੇ ਉਹ ਦਿੱਤੀਆਂ ਜਾ ਸਕਦੀਆਂ ਨੇ।
ਜਿੱਥੇ ਕਿਤੇ ਆਰਡਰ ਦੇ ਵਿੱਚ ਕੋਈ ਗਲਤੀ ਹੋ ਜਾਵੇ ਜਾਂ ਪਾਵਰਸ ਨਾ ਦਿੱਤੀਆਂ ਗਈਆਂ ਹੋਣ ਤਾਂ ਜਿਹੜਾ ਡਿਸਟ੍ਰਿਕਟ ਦਾ ਜਿਹੜਾ ਜੱਜ ਹੈ ਉਹਨੂੰ ਵੀ ਜਿਹੜੀਆਂ ਰਜਿਸਟਰਾਰ ਦੀਆਂ ਪਾਵਰਾਂ ਦਿੱਤੀਆਂ ਜਾ ਸਕਦੀਆਂ ਨੇ। ਡਿਸਟ੍ਰਿਕਟ ਜੱਜ ਰਜਿਸਟਰਾਰ the district judge, the judge of the district within the local limits of whose jurisdiction the registrar's office is situate shall be the registrar during such absence or until the state government fills up the vacancy। vacancy ਖਾਲੀ ਹੈ ਰਜਿਸਟਰਾਰ ਦੀ, ਮਤਲਬ ਇਹ ਆ ਜਾਂਦੀ ਹੈ ਉੱਥੇ ਜਿੱਥੇ ਰਜਿਸਟਰਾਰ ਦੀ ਸੈਪਰੇਟ ਅਪਾਇੰਟਮੈਂਟ ਕੀਤੀ ਗਈ ਜਾਂਦੀ ਹੈ ਗਵਰਨਮੈਂਟ ਵੱਲੋਂ। ਆਪਣੇ ਸਟੇਟ ਦੇ ਵਿੱਚ ਤਾਂ ਰਜਿਸਟਰਾਰ ਦੀ ਜਿਹੜੀ ਪਾਵਰਸ ਨੇ ਕਲੈਕਟਰ ਕੋਲੇ ਨੇ, ਜਿੱਥੇ ਕਿਤੇ ਰਜਿਸਟਰਾਰ ਦੀਆਂ ਪਾਵਰਸ ਦੇਣ ਦੀ ਖਾਤਰ ਸਪੈਸ਼ਲ ਤੌਰ ਤੇ ਸੈਪਰੇਟ ਤੌਰ ਤੇ ਅਪਾਇੰਟਮੈਂਟ ਕੀਤੀ ਜਾਂਦੀ ਹੈ। ਉੱਥੇ ਜੇ ਕਿਤੇ ਰਜਿਸਟਰਾਰ ਜਿਹੜਾ ਹੈਗਾ ਐਬਸੈਂਟ ਹੋਵੇ, ਆਪਣੀ ਡਿਊਟੀ ਤੇ ਹਾਜ਼ਰ ਨਾ ਹੋਵੇ ਜਾਂ ਉਹਦੀ ਪੋਸਟ ਵੈਕੈਂਸੀ ਕਿਸੇ ਕਾਰਨ ਖਾਲੀ ਹੋ ਚੁੱਕੀ ਹੋਵੇ, ਤਾਂ ਜਿਹੜੀ ਗਵਰਨਮੈਂਟ ਹੈਗੀ ਆ ਸਟੇਟ ਗਵਰਨਮੈਂਟ ਉੱਥੇ ਕਿਸੇ ਵੀ ਵਿਅਕਤੀ ਨੂੰ ਕਿਸੇ ਹੋਰ ਆਫੀਸਰ ਨੂੰ ਰਜਿਸਟਰਾਰ ਦੀਆਂ ਪਾਵਰਾਂ ਦੇ ਸਕਦੀ ਹੈ। ਜਾਂ ਫਿਰ ਜੇ ਕਿਤੇ ਕੋਈ ਡਿਫਾਲਟ ਹੋਵੇ, ਰਜਿਸਟਰਾਰ ਪਾਵਰਾਂ ਨਾ ਦਿੱਤੀਆਂ ਗਈਆਂ ਹੋਣ, ਤਾਂ ਜਿਹੜਾ ਡਿਸਟ੍ਰਿਕਟ ਜੱਜ ਹੈਗਾ ਉੱਥੇ ਦਾ ਉਸ ਡਿਸਟ੍ਰਿਕਟ ਦਾ ਉਹ ਰਜਿਸਟਰਾਰ ਕਹਿਲਾਏਗਾ, ਉਹਦੇ ਕੋਲ ਰਜਿਸਟਰਾਰ ਦੀਆਂ ਪਾਵਰਾਂ ਆ ਜਾਣਗੀਆਂ। When the registrar of a district, including when his office is temporarily vacant, any person whom the inspector general appoints in this behalf shall be the registrar during such absence or until the state government fills the vacancy। जो तक सरकार ਉਹਦੀ ਜਿਹੜੀ ਵੈਕੈਂਸੀ ਹੈ ਭਰ ਨਹੀਂ ਦਿੰਦੀ, ਉਦੋਂ ਤੱਕ ਜਿੱਥੇ ਰਜਿਸਟਰਾਰ ਵੱਲੋਂ ਆਈਜੀ ਵੱਲੋਂ ਪਾਵਰ ਜਿਹੜੀ ਵਿਅਕਤੀ ਨੂੰ ਦਿੱਤੀਆਂ ਗਈਆਂ ਹੋਣ, ਉਹ ਉੱਥੇ ਦਾ ਰਜਿਸਟਰਾਰ ਹੋਵੇਗਾ। ਦੇਖੋ ਉਹ ਤਾਂ ਹੈਗਾ ਸੀ ਐਬਸੈਂਟ ਰਜਿਸਟਰਾਰ, ਆਪਣੀ ਡਿਊਟੀ ਤੋਂ ਹਾਜ਼ਰ ਜ਼ਿਲ੍ਹੇ ਦੇ ਵਿੱਚ ਹਾਜ਼ਰ ਨਹੀਂ ਸੀਗਾ ਸੈਕਸ਼ਨ 10 ਦੇ ਵਿੱਚ। ਇੱਥੇ ਕਨਫਿਊਜ਼ ਨਹੀਂ ਹੋਣਾ ਤੁਸੀਂ, ਸੈਕਸ਼ਨ 10 ਤੇ 11 ਦੋਨਾਂ ਥੋੜਾ ਡਿਫਰੈਂਸ ਹੈਗਾ। ਐਬਸੈਂਸ ਆਫ ਰਜਿਸਟਰਾਰ ਔਨ ਡਿਊਟੀ ਇਨ ਏ ਡਿਸਟ੍ਰਿਕਟ, ਜਦੋਂ ਰਜਿਸਟਰਾਰ ਡਿਊਟੀ ਤੋਂ ਗੈਰ ਹਾਜ਼ਰ ਹੋਵੇ ਨਾ, ਆਪਣੀ ਰਜਿਸਟਰਾਰ ਦੇ ਆਫਿਸ ਤੋਂ ਗੈਰ ਹਾਜ਼ਰ ਹੋਵੇ ਪਰ ਜ਼ਿਲ੍ਹੇ ਵਿੱਚ ਹਾਜ਼ਰ ਹੋਵੇ, ਰਜਿਸਟਰਾਰ ਦੀ ਆਫਿਸ ਤੋਂ ਐਬਸੈਂਟ ਹੋਵੇ ਪਰ ਜ਼ਿਲ੍ਹੇ ਦੇ ਵਿੱਚ ਹਾਜ਼ਰ ਹੋਵੇ, ਤਾਂ ਕੀ ਹੋ ਸਕਦਾ ਹੈ? ਤਾਂ ਜਿਹੜਾ ਰਜਿਸਟਰਾਰ ਹੈਗਾ, ਰਜਿਸਟਰਾਰ ਜਿਹੜੀਆਂ ਆਪਣੀਆਂ ਪਾਵਰਸ ਹੈਗੀਆਂ ਨੇ, ਆਪਣੇ ਕਿਸੇ ਆਫੀਸਰ ਨੂੰ, ਆਪਣੇ ਕਿਸੇ ਸਬਆਰਡੀਨੇਟ ਨੂੰ ਜਾਂ ਕਿਸੇ ਹੋਰ ਡਿਸਟ੍ਰਿਕਟ ਦੇ ਆਫੀਸਰ ਨੂੰ ਪਾਵਰ ਰਜਿਸਟਰਾਰ ਵੱਲੋਂ ਦਿੱਤੀਆਂ ਜਾ ਸਕਦੀਆਂ ਨੇ। ਇਹ ਜਿਨ ਕਿ ਇਹ ਹੈਗੀਆਂ ਰਜਿਸਟਰਾਰ ਦੇ ਆਪਦੇ ਪੱਧਰ ਤੇ ਪਾਵਰਾਂ ਦੇਣਾ। ਜਿਹੜਾ ਸੈਕਸ਼ਨ ਅਸੀਂ 10 ਪੜ੍ਹਿਆ ਸੀਗਾ ਉੱਥੇ ਗਵਰਨਮੈਂਟ ਜਾਂ ਰਜਿਸਟਰਾਰ ਜਿਹੜਾ ਹੈਗਾ ਆਈਜੀ ਪਾਵਰਸ ਦਿੰਦਾ ਹੈਗਾ ਕਿਸੇ ਹੋਰ ਵਿਅਕਤੀ ਨੂੰ। The when any registrar is absent from his office on duty in the district, on duty ਹੈ, ਆਪਦੇ ਜ਼ਿਲ੍ਹੇ ਦੇ ਵਿੱਚ ਹਾਜ਼ਰ ਹੈਗਾ ਪਰ ਆਪਣੇ ਜਿਹੜੇ ਰਜਿਸਟਰਾਰ ਆਫਿਸ ਦੇ ਵਿੱਚ ਹਾਜ਼ਰ ਨਹੀਂ ਹੈਗਾ, he may appoint any sub registrar or other person in the district to perform the during such absence all the duties of the registrar except those mentioned in section 68 to 72। ਕੁਝ ਡਿਊਟੀਆਂ ਐਸੀਆਂ ਹੈਗੀਆਂ ਨੇ ਜਿਹੜੀਆਂ ਨਹੀਂ ਦਿੱਤੀਆਂ ਜਾ ਸਕਦੀਆਂ, ਜਿਵੇਂ ਅਪੀਲਸ ਵਗੈਰਾ ਹੈਗੀਆਂ ਸੀਗੀਆਂ, ਅਸੀਂ ਪੜ੍ਹ ਕੇ ਗਏ ਹਾਂ। ਤੇ ਬਾਕੀ ਜਿਹੜੀਆਂ ਡਿਊਟੀਆਂ ਹੈਗੀਆਂ ਨੇ ਸਬ ਰਜਿਸਟਰਾਰ ਨੂੰ ਦਿੱਤੀਆਂ ਜਾ ਸਕਦੀਆਂ ਰਜਿਸਟਰਾਰ ਵੱਲੋਂ, ਜਦੋਂ ਉਹ ਕਿਸੇ ਜ਼ਿਲ੍ਹੇ ਵਿੱਚ ਤਾਂ ਹੋਵੇ ਪਰ ਕਿਸੇ ਹੋਰ ਕੰਮ ਦੇ ਵਿੱਚ ਅੰਗੇਜ ਹੋਵੇ। ਐਬਸੈਂਸ ਆਫ ਸਬ ਰਜਿਸਟਰਾਰ ਔਰ ਵੈਕੈਂਸੀ ਇਨ ਹਿਜ਼ ਆਫਿਸ ਵੈਨ ਐਨੀ ਸਬ ਰਜਿਸਟਰਾਰ, ਜਦੋਂ ਕੋਈ ਸਬ ਰਜਿਸਟਰਾਰ ਆਪਦੀ ਪੋਸਟ ਤੇ ਐਬਸੈਂਟ ਹੈ, ਆਪਣੇ ਆਫਿਸ ਤੋਂ ਐਬਸੈਂਟ ਹੈ, ਔਰ ਵੈਨ ਹਿਜ਼ ਆਫਿਸ ਇਜ਼ ਟੈਂਪਰੇਰੀ ਵੇਕੈਂਟ, ਐਨੀ ਪਰਸਨ ਹੂਮ ਦਾ ਰਜਿਸਟਰਾਰ of the district appoints in this behalf shall be the sub registrar during such absence until the vacancy is filled। ਤਾਂ ਰਜਿਸਟਰਾਰ ਵੱਲੋਂ ਜਿਹੜੀ ਪਾਵਰ ਹੈਗੀ ਹੈ ਕਿਸੇ ਹੋਰ ਆਫੀਸਰ ਨੂੰ, ਕਿਸੇ ਹੋਰ ਸਬ ਰਜਿਸਟਰਾਰ ਨੂੰ ਜਾਂ ਜੁਆਇੰਟ ਸਬ ਰਜਿਸਟਰਾਰ ਨੂੰ ਜਿਹੜੀ ਹੈਗੀ ਹੈ ਦਿੱਤੀ ਜਾ ਸਕਦੀ ਹੈ। ਨੈਕਸਟ ਹੈ ਸੈਕਸ਼ਨ 13। ਸੈਕਸ਼ਨ 13 ਚ ਕੀ ਹੈ ਜੀ? ਰਿਪੋਰਟ ਟੂ ਸਟੇਟ ਗਵਰਨਮੈਂਟ ਆਫ ਦਾ ਅਪਾਇੰਟਮੈਂਟਸ ਅੰਡਰ ਸੈਕਸ਼ਨ 10-11। ਇਹ ਸੈਕਸ਼ਨ ਜਿਹੜੇ 10 ਤੇ 11 ਹੈਗੇ ਨੇ, ਜਿਹਦੇ ਵਿੱਚ ਰਜਿਸਟਰਾਰ ਦੀਆਂ ਪਾਵਰਾਂ ਦੀ ਗੱਲ ਕੀਤੀ ਗਈ ਹੈ ਵੀ ਕਿਸੇ ਹੋਰ ਵਿਅਕਤੀ ਨੂੰ ਦੇਣਾ, ਠੀਕ ਹੈ। ਇਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਸਟੇਟ ਗਵਰਨਮੈਂਟ ਨੂੰ ਜਾਏਗੀ। ਆਲ ਦਾ ਅਪਾਇੰਟਮੈਂਟਸ ਮੇਡ ਅੰਡਰ ਦਾ ਸੈਕਸ਼ਨ 10 ਐਂਡ 11 ਔਰ 12 shall be reported to the state government by the IG। such report shall be in either special or general state government tax। next है section 14। section 14 ਚ ਕੀ ਹੈ? establishments of the registering officer। ਜਿਹੜੇ ਸਾਡੇ ਤਹਿਸੀਲ ਦੇ ਜਿਹੜੇ ਆਫਿਸ ਨੇ ਜਿੱਥੇ ਅਸੀਂ ਰਜਿਸਟਰੀਆਂ ਕਰਦੇ ਹਾਂ, ਉਹਨਾਂ ਦੀ ਜਿਹੜੀ ਐਸਟੈਬਲਿਸ਼ਮੈਂਟ ਦੀ ਗੱਲ ਕੀਤੀ ਗਈ ਹੈ, ਜਿਨ ਕਿ ਰਜਿਸਟਰੀ ਕਲਰਕ ਦੇ ਨਾਲ ਹੋਰ ਅਮਲਾ, ਠੀਕ ਹੈ,
ਉਹਦੀ ਸਟੈਬਲਿਸ਼ਮੈਂਟ ਦੀ ਗੱਲ ਕੀਤੀ ਗਈ ਹੈ। ਪ੍ਰੋਪਰ ਸਟੈਬਲਿਸ਼ਮੈਂਟ ਜਿਹੜੀ ਹੈਗੀ ਸਰਕਾਰ ਵੱਲੋਂ ਦਿੱਤੀ ਜਾਏਗੀ ਇਸ ਐਕਟ ਦੇ ਤਹਿਤ ਜਿਹੜੇ ਦਫ਼ਤਰ ਹੈਗੇ ਸਬ ਰਜਿਸਟਰਾਰ ਦੇ। ਦੈਨ ਸੈਕਸ਼ਨ 15 ਚ ਕੀ ਹੈ, ਸੀਲ ਆਫ ਰਜਿਸਟਰਿੰਗ ਆਫੀਸਰ। ਰਜਿਸਟਰਿੰਗ ਆਫੀਸਰ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਮੋਹਰ ਹੈ, ਸੀਲ ਹੈਗਾ, ਜਿਵੇਂ ਕਿ ਗੋਲ ਮੋਹਰ ਬਣਾਈ ਜਾਂਦੀ ਹੈ, ਠੀਕ ਹੈ। ਇਹ ਇੱਕ ਸੀਲ ਹੋਏਗੀ ਹਰ ਦਫ਼ਤਰ ਦੀ ਜਿੱਥੇ ਰਜਿਸਟਰੀਆਂ ਹੁੰਦੀਆਂ ਨੇ, ਜਿਹੜੀ ਕਿ ਆਪਾਂ ਦੇਖਦੇ ਹਾਂ ਸਟੈਂਪ ਰਜਿਸਟਰੀਆਂ ਦੇ ਉੱਪਰ ਲੱਗਦੀ ਹੈਗੀ ਹੈ। ਉਹ ਸਟੈਂਪ ਦੀ ਪ੍ਰੋਵੀਜ਼ਨ ਹੈਗੀ ਹੈ, ਉਹ ਇਸ ਐਕਟ ਦੇ ਤਹਿਤ ਜਿਹੜੀ ਸਰਕਾਰ ਹੈਗੀ ਸਰਕਾਰ ਵੱਲੋਂ ਪ੍ਰੋਵੀਜ਼ਨ ਦਿੱਤੀ ਗਈ ਹੈ। ਦ ਸੀਲ ਆਫ ਦ ਰਜਿਸਟਰਾਰ ਔਰ ਦਾ ਸਬ ਰਜਿਸਟਰਾਰ। ਦੈਨ ਸੈਕਸ਼ਨ 16 ਹੈਗਾ ਰਜਿਸਟਰ ਬੁੱਕਸ ਐਂਡ ਫਾਇਰ ਪ੍ਰੂਫ ਬਾਕਸਸ। ਆਪਾਂ ਬੁੱਕਸ ਸਾਰੇ ਲੱਗਦੀਆਂ ਨੇ, ਸਾਰੇ ਦਫ਼ਤਰਾਂ 'ਚ ਲੱਗਦੀਆਂ ਨੇ, ਰਜਿਸਟਰ ਬੁੱਕਸ ਵੀ ਲੱਗਦੀਆਂ ਨੇ ਤੇ ਰਜਿਸਟਰ ਦੇ ਬੁੱਕਸ ਦੇ ਨਾਲ ਨਾਲ ਕੀ ਹੈਗਾ ਫਾਇਰ ਪ੍ਰੂਫ ਬਾਕਸਸ ਵੀ ਲੱਗਦੇ ਨੇ ਤਾਂ ਕਿ ਜਿਹੜਾ ਰਿਕਾਰਡ ਹੈਗਾ ਉਹਨੂੰ ਕਿਤੇ ਅੱਗ ਲੱਗਣ ਤੋਂ ਬਚਾਇਆ ਜਾ ਸਕਦਾ ਹੋਵੇ। ਫਾਇਰ ਪ੍ਰੂਫ ਬਾਕਸਸ ਦੇ ਵਿੱਚ ਰੱਖਿਆ ਜਾ ਸਕਦਾ ਹੋਵੇ ਰਜਿਸਟਰੀਆਂ। ਰਜਿਸਟਰ ਰੱਖਣ ਦੀ ਖਾਤਰ ਦੇਖੋ ਆਪਾਂ ਦੇਖਦੇ ਹਾਂ ਆਪਣੇ ਸਾਰੇ ਦਫ਼ਤਰਾਂ ਦੇ ਵਿੱਚ ਗੋਦਰੇਜ ਦੀਆਂ ਅਲਮਾਰੀਆਂ ਹੁੰਦੀਆਂ ਨੇ ਜਾਂ ਕੋਈ ਹੋਰ ਸੇਫ ਕਸਟਡੀ 'ਚ ਰਿਕਾਰਡ ਰੱਖਣਾ ਹੁੰਦਾ ਹੈ, ਸੇਫ ਅਲਮਾਰੀਆਂ ਵੀ ਦਿੱਤੀਆਂ ਜਾਂਦੀਆਂ ਨੇ। The state government shall provide for the office every register office books necessary, being book 1, book 2, book 3, book 4 ਜਿੰਨੀਆਂ ਹੁੰਦੀਆਂ ਨੇ ਇਹ ਸਾਰੀਆਂ ਬੁੱਕਸ ਜਿਹੜੀਆਂ ਹੈਗੀਆਂ ਨੇ ਗਵਰਨਮੈਂਟ ਨੇ ਪ੍ਰੋਵਾਈਡ ਕਰਨੀਆਂ ਹੁੰਦੀਆਂ ਨੇ ਕੰਸਰਨ ਪਰਫਾਰਮੈਂਸ ਦੇ ਮੁਤਾਬਕ। ਜਿਹਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਉਹ ਪਰਫਾਰਮੈਂਸ ਦੇ ਵਿੱਚ ਇਹ ਬੁੱਕਸ ਬਣਾਈਆਂ ਜਾਂਦੀਆਂ ਨੇ। ਫਾਇਰ ਪ੍ਰੂਫ ਬਾਕਸ ਹੈ, ਫਾਇਰ ਪ੍ਰੂਫ ਬਾਕਸ ਜਿਹਦੇ ਵਿੱਚ ਕਈ ਵਾਰੀ ਜਿਹੜੀਆਂ ਹੁੰਦੀਆਂ ਨੇ ਸੇਫ ਸਟੱਡੀ ਦੇ ਵਿੱਚ ਆਪਣੀਆਂ ਬਿਲਸ ਵਗੈਰਾ ਰੱਖੀਆਂ ਜਾਂਦੀਆਂ ਨੇ, ਇੱਦਾਂ ਦਾ ਕੋਈ ਫਾਇਰ ਪ੍ਰੂਫ ਬਾਕਸ ਵੀ ਰੱਖਿਆ ਦਿੱਤਾ ਜਾ ਸਕਦਾ ਗਵਰਨਮੈਂਟ ਵੱਲੋਂ ਦਿੱਤਾ ਜਾਣਾ ਹੁੰਦਾ ਹੈ ਇਸ ਸੈਕਸ਼ਨ ਦੇ ਤਹਿਤ। ਸੈਕਸ਼ਨ ਸਬ ਸੈਕਸ਼ਨ 3 ਆਫ ਦਾ ਸੈਕਸ਼ਨ 16 ਇਹਦੇ ਨਾਲ ਹੀ ਸੈਕਸ਼ਨ 16A ਨਵਾਂ ਜੋੜਿਆ ਗਿਆ ਕਿਉਂਕਿ ਜਿਹੜਾ ਹੁਣ ਸਿਸਟਮ ਹੈ ਬਦਲ ਚੁੱਕਿਆ, ਜ਼ਮਾਨਾ ਬਦਲ ਚੁੱਕਿਆ ਹੈ, ਸਾਰਾ ਜਿਹੜਾ ਰਿਕਾਰਡ ਹੈ ਸਾਡਾ ਕੰਪਿਊਟਰਾਈਜ਼ ਹੋ ਚੁੱਕਿਆ। ਕੰਪਿਊਟਰਾਈਜ਼ ਹੋਣ ਦੇ ਨਾਲ ਨਾਲ ਜਿੱਥੇ ਸਾਡੇ ਕੋਲੇ ਬੁੱਕਸ ਹੁੰਦੀਆਂ ਸੀਗੀਆਂ, ਬੁੱਕਸ ਦੇ ਨਾਲ ਹੁਣ ਸਾਡੇ ਕੋਲੇ ਜਿਹੜਾ ਰਿਕਾਰਡ ਹੈਗਾ ਉਹ ਸਾਡਾ ਜਿਹੜਾ ਰਿਕਾਰਡ ਹੈ ਉਹਦੀਆਂ ਕੈਸਟਸ ਵੀ ਹੈਗੀਆਂ ਨੇ, ਫਲੋਪੀਜ਼ ਵੀ ਹੁੰਦੀਆਂ ਨੇ, ਡਿਸਕੈਟੀਜ਼ ਵੀ ਹੁੰਦੀਆਂ ਨੇ, ਠੀਕ ਹੈ। ਉਹਨਾਂ ਨੂੰ ਵੀ ਅਸੀਂ ਇਹਨਾਂ ਨੇ ਬੁੱਕਸ ਦੀ ਪਰਿਭਾਸ਼ਾ 'ਚ ਲਿਆ ਹੈਗਾ, ਇਸ ਕਰਕੇ ਇਹ ਨਵਾਂ ਸੈਕਸ਼ਨ 16A ਇਨਸਰਟ ਕੀਤਾ ਗਿਆ, ਠੀਕ ਹੈ। Sections may also be kept in computer floppies or diskettes or in any other electronic form in the manner and subject to the safeguard as may be prescribed by the Inspector General with the sanction of the state government। ਮਤਲਬ ਕਿ ਇਹ ਜਿਹੜੇ ਇਲੈਕਟ੍ਰੋਨਿਕ ਡਿਵਾਈਸਿਸ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਰਿਕਾਰਡ ਸੇਫ ਕੀਤਾ ਜਾ ਸਕਦਾ, ਪੈਨ ਡਰਾਈਵ ਵਗੈਰਾ, ਠੀਕ ਹੈ ਜੀ, ਫਲੋਪੀਜ਼, ਡਿਸਕੈਟੀਜ਼ ਵਗੈਰਾ, ਇਹ ਸਾਰੀਆਂ ਰਿਕਾਰਡ ਦੀ ਪਰਿਭਾਸ਼ਾ 'ਚ ਆ ਜਾਂਦੀਆਂ ਨੇ। ਦੈਨ ਕਾਪੀ, ਇਹਨਾਂ ਦੀ ਵੀ ਕਾਪੀ, ਇਹ ਤੋਂ ਵੀ ਕਾਪੀ, ਜਿਵੇਂ ਬੁੱਕਸ ਤੋਂ ਕੋਈ ਬੰਦਾ ਕਾਪੀ ਲੈ ਸਕਦਾ, ਰਜਿਸਟਰੀ ਦੀ ਕਾਪੀ ਲੈ ਸਕਦਾ, ਹੋਰ ਦੀ ਕਾਪੀ ਲੈ ਸਕਦਾ ਹੈ, ਠੀਕ ਹੈ। ਇੱਥੇ ਵੀ ਇੱਕ ਪ੍ਰੋਵੀਜ਼ਨ ਦਿੱਤੀ ਗਈ ਹੈ ਸੈਕਸ਼ਨ 16A ਦਾ ਜਿਹੜਾ ਸਬ ਸੈਕਸ਼ਨ 2 ਹੈਗੀ ਆ। A copy of extracts from the books kept under subsection 1 given by the registering officer under his hand and seal shall be deemed to be the copy given under section 57। 57 section 7 ਕੀ ਕਹਿੰਦਾ ਹੈ? 57 section ਦੇ ਵਿੱਚ ਕੀ ਹੈਗਾ, ਅਸੀਂ ਕਾਪੀ ਦੇ ਸਕਦੇ ਹਾਂ ਕਿਸੇ ਵੀ ਵਿਅਕਤੀ ਨੂੰ ਔਨ ਡਿਮਾਂਡ ਸਰਕਾਰੀ ਫੀਸ ਲੈ ਕੇ ਕਾਪੀ ਦੇ ਸਕਦੇ ਹਾਂ। ਇਹਦੇ ਵਿੱਚ ਵੀ ਫਿਰ ਇਹ ਕਾਪੀ ਦੀ ਨਾਲ ਪ੍ਰੋਵੀਜ਼ਨ ਨਾਲ ਰੱਖੀ ਹੈਗੀ ਹੈ, ਜਿਵੇਂ ਕਿ ਕਹਿੰਦਾ ਸੈਕਸ਼ਨ 57 'ਚ ਅਸੀਂ ਕਾਪੀਆਂ ਦੇ ਸਕਦੇ ਹਾਂ, ਇਸ ਤਰ੍ਹਾਂ ਹੀ ਸੈਕਸ਼ਨ 16 ਇਹਦੇ ਵਿੱਚ ਵੀ ਅਸੀਂ ਜਿਹੜੀ ਕਾਪੀ ਹੈ ਕਿਸੇ ਨੂੰ ਲੋੜ ਦੇ ਮੁਤਾਬਕ, ਰਿਕੁਆਇਰਮੈਂਟ ਦੇ ਮੁਤਾਬਕ ਦਿੱਤੀ ਜਾ ਸਕਦੀ ਹੈ। ਇਹਦੇ ਨਾਲ ਜਿਹੜਾ ਤੁਹਾਡਾ ਆਪਣਾ ਜਿਹੜਾ ਚੈਪਟਰ ਹੈਗਾ, ਚੈਪਟਰ 2 ਭਾਗ 2 ਜਿਹੜਾ ਹੈ ਇੱਥੇ ਖਤਮ ਹੋ ਜਾਂਦਾ ਹੈ। 1 ਤੇ 2 ਇਹ ਖਤਮ ਹੋ ਜਾਂਦੇ ਨੇ। ਆਪਾਂ ਜਿਹੜਾ ਰਜਿਸਟ੍ਰੇਸ਼ਨ ਦਾ ਜਿਹੜਾ ਕੰਮ ਹੈਗਾ ਇੱਥੇ, ਜਿਹੜਾ ਲੈਕਚਰ ਇੱਥੇ ਬੰਦ ਕਰਾਂਗੇ। ਕੱਲ੍ਹ ਨੂੰ ਅਸੀਂ ਸਟੱਡੀ ਕਰਾਂਗੇ ਪਾਰਟ 3 ਰਜਿਸਟਰੇਬਲ ਡਾਕੂਮੈਂਟਸ। ਰਜਿਸਟਰੇਬਲ ਡਾਕੂਮੈਂਟਸ ਤੋਂ ਸਟਾਰਟ ਕਰਾਂਗੇ ਜੀ, ਸੈਕਸ਼ਨ 17 ਤੋਂ। ਡਾਕੂਮੈਂਟ ਕਿਹੜੇ ਕਿਹੜੇ ਰਜਿਸਟਰੇਬਲ ਹੁੰਦੇ ਨੇ, ਕਿਹੜੇ ਕਿਹੜੇ ਨਾਨ ਰਜਿਸਟਰੇਬਲ ਹੁੰਦੇ ਨੇ, ਕਿਹੜੇ ਕਿਹੜੇ ਕੰਪਲਸਰੀ ਰਜਿਸਟ੍ਰੇਸ਼ਨ ਹੁੰਦੀ ਹੈ, ਕਿਹਨਾਂ ਦੀ ਆਪਸ਼ਨਲ ਰਜਿਸਟ੍ਰੇਸ਼ਨ ਹੁੰਦੀ ਹੈ, ਇੱਥੋਂ ਅਸੀਂ ਕੱਲ੍ਹ ਸ਼ੁਰੂ ਕਰਾਂਗੇ। ਅੱਜ ਦਾ ਰਜਿਸਟ੍ਰੇਸ਼ਨ ਦਾ ਜਿਹੜਾ ਹੈਗਾ ਲੈਕਚਰ ਇੱਥੇ ਅਸੀਂ ਬੰਦ ਕਰਦੇ ਹਾਂ। ਨੈਕਸਟ ਅਸੀਂ ਸਟਾਰਟ ਕਰਾਂਗੇ ਪੇਪਰ ਨੰਬਰ 5। ਸਰ ਜੀ ਹਾਂਜੀ ਹਾਂਜੀ ਸਰ ਜਿਹੜਾ ਇੱਕ ਹੈਗਾ ਵਾ ਸਟੈਂਪ ਐਕਟ, ਉਹ ਮੈਨੂਅਲ 'ਚੋਂ ਆਊਗਾ ਪੇਪਰ ਕਿ ਜਾਂ ਸਟੈਂਪ ਐਕਟ ਦੂਜੇ 'ਚ ਆਊਗਾ? ਦੋਨਾਂ 'ਚੋਂ ਆਉਂਦਾ ਜੀ।
ਦੋਨਾਂ ਚੋਂ ਹੁੰਦਾ ਜੀ ਸਟੈਂਪ ਐਕਟ ਚੋਂ ਵੀ ਪਸੰਦ ਹੈ। ਸਿਲੇਬਸ ਦੇ ਵਿੱਚ ਸਿਰਫ ਮੈਨੂਅਲ ਹੀ ਹੈ ਜੀ। ਹਾਂ ਮੈਂ ਦੇਖਿਆ ਹੈ, ਜਿਹੜਾ ਆਪਣਾ ਸਬਜੈਕਟ ਹੈਗਾ ਉਹ ਮੈਨੂਅਲ ਹੈ, ਪਰ ਆਪਣੀ ਨਾਲ ਨਾਲ ਅਸੀਂ ਐਕਟ ਵੀ ਪੜਾਂਗੇ ਸਰ ਜੀ। ਸਰ ਇਹ ਪੰਜਾਬੀ ਚ ਪੜ੍ਹਾਈ ਜਾਂਦੀ ਹੈ। ਛੇਵਾਂ ਪੇਪਰ ਜਿਹੜਾ ਜੇ ਸੈਚਰਡੇ ਸੰਡੇ 2 ਦਿਨ ਕਰ ਲਈਏ ਜੀ। ਹਾਂ ਦੇਖ ਲਓ, ਤੁਸੀਂ ਕਰ ਲਓ ਵਿਚਾਰ ਸਾਰੇ, ਜੇ 2 ਦਿਨ ਕਹੋਗੇ 2 ਦਿਨ ਕਰ ਦਾਂਗੇ। ਥੋੜਾ ਤੁਸੀਂ ਵਿਊਜ਼ ਲੈ ਲਓ ਆਪਣੀ ਇਸ ਗਰੁੱਪ ਦੇ ਵਿੱਚ, ਠੀਕ ਹੈ ਸਰ, ਠੀਕ। ਠੀਕ ਹੈ, ਵਿਊਜ਼ ਲੈ ਲਓ। ਜੇ ਕਹੋਗੇ ਅਸੀਂ 2 ਦਿਨ ਕਰ ਦਾਂਗੇ, ਆਪਾਂ 2 ਦਿਨ ਫਿਰ ਇਹ ਪੜ੍ਹ ਲਿਆ ਕਰਾਂਗੇ, 4 ਤੇ 5 ਤੇ 2 ਦਿਨ। ਵੈਸੇ ਤਾਂ ਦੇਖੋ 6ਵੇਂ ਪੇਪਰ ਦੇ ਵਿੱਚ ਮੈਂ ਹੋਰ ਕੋਈ ਸਬਜੈਕਟ ਨਹੀਂ ਪੜ੍ਹਾਉਂਦਾ, ਜਿਵੇਂ ਹੁਣ ਇਹਦੇ ਵਿੱਚ ਤਾਂ ਮੈਂ 2 ਪੇਪਰ ਪੜ੍ਹਾ ਰਿਹਾ ਤੁਹਾਨੂੰ, 6ਵੇਂ ਦੇ ਵਿੱਚ ਤਾਂ ਮੈਂ ਕੋਈ ਹੋਰ ਠੀਕ ਹੈ ਪੇਪਰ ਸਰ, ਸ਼ਡਿਊਲ ਤੁਹਾਡਾ ਉਹ ਚ ਡਬਲ ਟਾਈਮ ਲੱਗ ਜਾਂਦਾ ਪਹਿਲਾਂ ਹੀ। ਨਹੀਂ, ਤੁਸੀਂ ਦੇਖ ਲਓ, ਤੁਸੀਂ ਡਿਸਕਸ ਕਰ ਲਓ, ਜੇ ਤੁਸੀਂ ਕਹੋਗੇ ਜੇ ਉਹਦਾ 1.5 ਘੰਟਾ ਲੱਗ ਜਾਂਦਾ ਟਾਈਮ ਉਹਨਾਂ ਜੇ ਜਿਵੇਂ ਤੁਹਾਡਾ ਓਪੀਨੀਅਨ ਹੋਏਗਾ ਆਪਾਂ ਉਦਾਂ ਕਰ ਲਾਂਗੇ। ਵੈਸੇ ਤਾਂ ਮੈਂ ਉਹਦੇ ਦੇਖੋ ਇਹ ਹੋ ਸਕਦਾ ਹੈ ਵੀ ਤੁਸੀਂ ਜਿਵੇਂ ਹਰ ਰੋਜ਼ ਆਪਾਂ ਮਾਰਨਿੰਗ ਕਲਾਸ ਲਗਾਉਂਦੇ ਆ, ਠੀਕ ਹੈ, ਕਈ ਵਾਰੀ ਕਈ ਵਿਅਕਤੀਆਂ ਨੂੰ ਦੇਖੋ ਪ੍ਰੋਬਲਮ ਵੀ ਹੈਗੀ ਹੈ, ਜਿਨ੍ਹਾਂ ਨੇ ਸਮੇਂ ਸਿਰ ਆਫਿਸ ਵੀ ਜਾਣਾ ਹੁੰਦਾ ਹੈ, ਤੇ ਉਹਨਾਂ ਦਾ ਜਿਹੜਾ ਸ਼ਡਿਊਲ ਹੈ ਲਗਾਤਾਰ 1 ਹਫ਼ਤਾ ਮਾਰਨਿੰਗ ਕਲਾਸ ਲਗਾਉਣੀ ਕਈ ਵਾਰੀ ਮੁਸ਼ਕਿਲ ਵੀ ਹੋ ਸਕਦਾ ਹੈ। ਇਹ ਹੋ ਸਕਦਾ ਵੀ ਕਿਸੇ ਦੇ 2 ਦਿਨ ਜਾਂ ਹਫ਼ਤੇ ਦੇ ਵਿੱਚ 1 ਜਾਂ 2 ਵਾਰੀ ਅਸੀਂ ਜਿਹੜੀ ਕਲਾਸ ਹੈ ਉਹਦਾ ਟਾਈਮਿੰਗ ਹੈ ਜਿਹੜਾ ਮਾਰਨਿੰਗ ਦੀ ਬਜਾਏ ਈਵਨਿੰਗ 'ਚ ਕਰ ਸਕਦੇ ਹਾਂ। ਇਹ ਤੁਸੀਂ ਆਪਦਾ ਦੇਖ ਲਓ, ਜੇ ਪੋਸੀਬਲ ਲੱਗਦਾ ਤੁਹਾਨੂੰ, ਜੇ ਤੁਹਾਨੂੰ ਸੂਟੇਬਲ ਲੱਗਦਾ ਹੈ, ਜੇ ਕੋਈ ਮੁਸ਼ਕਿਲ ਮਹਿਸੂਸ ਹੋ ਰਹੀ ਹੈ ਕਲਾਸ ਲਗਾਉਣ ਦੀ ਸਵੇਰੇ ਤਾਂ ਆਪਾਂ ਇੱਦਾਂ ਦਾ ਕਰ ਸਕਦੇ ਹਾਂ, ਹੈ ਨਾ। ਚੌਥੇ ਬੰਦੇ ਦਾ ਕਦੇ ਕੀ ਦਿਨ ਕਰ ਲਓ। ਹਾਂਜੀ, ਚੌਥੇ ਬੰਦੇ ਦਾ ਪੇਪਰ ਦਾ ਵੀ ਇੱਕ ਦਿਨ ਪੂਰਾ ਲਾ ਲਿਆ ਕਰੋ। ਚੌਥੇ 5ਵੀਂ 'ਚ ਇੱਕ ਦਿਨ ਪੂਰਾ, ਵੀ 1 ਦਿਨ 4 ਨੰਬਰ ਕਰਦਾ, 1 ਦਿਨ 5 ਨੰਬਰ ਕਰਦਾ, ਇਸ ਤਰ੍ਹਾਂ 1 ਦਿਨ 6 ਕਰਦਾ। ਹਾਂਜੀ ਜੀ ਜੀ ਦੇਖ ਲਓ, ਏਦਾਂ ਕਰ ਲਾਂਗੇ, ਉਹ 'ਚ ਵੀ ਕੋਈ ਫਰਕ ਨਹੀਂ ਹੈਗਾ। ਪਰ ਐ ਵੀ ਥੋੜੀ ਰੈਗੂਲਰ ਸਟੱਡੀ ਹੁੰਦੀ ਰਹਿੰਦੀ ਹੈ, ਸਟੱਡੀ ਥੋੜੀ ਯਾਦ ਰੈਗੂਲਰ ਹੁੰਦੀ ਰਹਿੰਦੀ ਹੈ। ਹਰ ਰੋਜ਼ ਆਪਾਂ ਕਰਦੇ ਹਾਂ ਤਾਂ ਥੋੜਾ, ਜਿਵੇਂ ਹੁਣ 6 ਨੰਬਰ ਪੇਪਰ ਹੈ, ਆਪਾਂ ਹਫ਼ਤੇ 'ਚ 1 ਵਾਰੀ ਕਰਦੇ ਹਾਂ, ਥੋੜਾ ਜਿਹਾ ਪਿੱਛੇ ਕੀਤਾ ਹੈ ਭੁੱਲ ਜਾਂਦਾ ਬੰਦਾ। ਹੈਲੋ, ਹਾਂਜੀ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸ਼ਡਿਊਲ ਦੇ ਬਾਰੇ ਜਨਾਬ ਨੂੰ ਜ਼ਿਆਦਾ ਪਤਾ ਜੀ, ਇਹਦੇ ਵਿੱਚ ਕਰਾਇਆ ਬਿਲਕੁਲ ਲੱਗਦਾ ਕਿ ਪ੍ਰੋਬਲਮ ਹੋਊਗੀ। ਜਨਾਬ ਜਿਸ ਤਰ੍ਹਾਂ ਕਰਾ ਰਹੇ ਨੇ ਤਾਂ ਕੰਟੀਨਿਊ ਚੱਲ ਰਹੇ ਨੇ, ਇਸ ਵਿੱਚ ਸਾਨੂੰ ਜ਼ਿਆਦਾ ਪਤਾ ਜੀ। ਦੁਬਾਰਾ ਬੋਲੋ, ਮੈਨੂੰ ਸਮਝ ਨਹੀਂ ਆਈ ਕੀ ਕਹਿ ਰਹੇ ਤੁਸੀਂ। ਉਹ ਸ਼ਡਿਊਲ ਕਹਿੰਦੇ ਨੇ ਮੈਂਟ ਕਰਨ ਵਾਸਤੇ, ਸ਼ਡਿਊਲ ਦੇ ਬਾਰੇ ਤੁਹਾਨੂੰ ਜ਼ਿਆਦਾ ਪਤਾ ਜੀ ਇਸ ਦੇ। ਨਹੀਂ, ਮੈਂ ਪਤਾ ਕਿ 2 ਪੇਪਰ ਰੈਗੂਲਰ ਕਿਉਂ ਕਰਵਾ ਰਿਹਾ। 2 ਪੇਪਰ ਰੈਗੂਲਰ ਕਰਵਾਉਣ ਦਾ ਮਕਸਦ ਇਹ ਹੈਗਾ ਵੀ ਅਸੀਂ 1 ਹਫ਼ਤੇ 'ਚ, ਜਿਵੇਂ ਹੁਣ CPC ਹੈ, CPC 1 ਹਫ਼ਤੇ 'ਚ 1 ਵਾਰੀ ਪੜ੍ਹਦੇ ਹਾਂ ਅਸੀਂ। ਮੈਨੂੰ ਐਂ ਲੱਗਦਾ ਵੀ ਪਿਛਲਾ ਕੀਤਾ ਹੈ, ਜਿਹੜਾ ਪੜ੍ਹਿਆ ਹੈ ਉਹਨੇ ਅਸੀਂ ਸਭ ਭੁੱਲ ਜਾਂਦੇ ਹਾਂ। ਜਦੋਂ ਫਿਰ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਹਾਂ, ਪਿਛਲਾ ਕੀਤਾ ਹੈ ਸਾਨੂੰ ਯਾਦ ਨਹੀਂ ਰਹਿੰਦਾ ਹੈਗਾ। ਤੇ ਰੈਗੂਲਰ ਕਰਨ ਦਾ ਮਕਸਦ ਇਹੀ ਹੈਗਾ ਵੀ ਸਾਰੇ ਸਲਿਪਸਾਂ ਦੇ ਨਾਲ ਅਸੀਂ ਟੱਚ ਰਹੀਏ। ਬਾਕੀ ਜਿਵੇਂ ਤੁਹਾਡਾ ਓਪੀਨੀਅਨ ਹੋਏਗਾ, ਮੈਨੂੰ ਕੋਈ ਦਿੱਕਤ ਨਹੀਂ ਆ, ਤੁਸੀਂ ਉੱਦਾਂ ਤੁਸੀਂ ਡਿਸਕਸ ਕਰ ਲਓ, ਆਪਦੇ ਓਪੀਨੀਅਨਸ ਦੇ ਲਓ ਇਹਦੇ ਗਰੁੱਪ ਦੇ ਵਿੱਚ। ਜਿਵੇਂ ਤੁਸੀਂ ਕਹੋਗੇ ਉੱਦਾਂ ਆਪਾਂ ਸ਼ਡਿਊਲ ਨੂੰ ਚੇਂਜ ਕਰ ਸਕਦੇ ਹਾਂ। ਮੇਰੇ ਲਈ ਕੋਈ ਹਾਰਡ ਐਂਡ ਫਾਸਟ ਨਹੀਂ ਹੈਗਾ ਇੱਦਾਂ ਦਾ। ਨੈਕਸਟ ਹੁਣ ਅਸੀਂ ਸਟਾਰਟ ਕਰਾਂਗੇ ਪੇਪਰ